सतनाम श्री वाहिगुरु साहिब जियो। विसर नाही दातार अपना नाम देहो। गुण गावा दिन रात नानक चाओ एओ। डंडौत बंधन अनिक बार सर्ब कला समरथ। डोलन ते राखो प्रभु नानक दे कर हथ। फिरत फिरत प्रभ आया परया तो शरणाए। नानक की प्रभ बेनती अपनी भगति लाए। नाम लैत मन प्रगट पया नाम लैत पाप तन ते गया। नाम लैत सगल पुरबाया नाम लैत 68 मजनाया। तीरथ हमरा हर का नाम गुरु उपदेसिया तत ज्ञान। नाम लैत दुख दूर पराना नाम लैत अतमूढ़ सो ज्ञाना। नाम लैत प्रगटि उजियारा नाम लैत छूटे जंजारा। नाम लैत जम नेड़ न आवे नाम लैत दरगह सुख पावे। नाम लैत प्रभ कहे सबास नाम हमारी साची रास। गुर उपदेश कयो ए सार हर कीर्तन मन नाम उदार। नानक नाम उदरे पुने चार अवर कर्म लोके पतियार। नाम लैत पुने चार नानर कवर न लोके पतियार। दैद खोजत मैं फिर्यो जत देखूं तत सोए। मन वस आवे नानका जे पूर्ण कृपा होए। फरीदा जंगल जंगल क्या पवे वण कुंडा मोड़ै।
बसी राबे हियालिए जंगल क्या ढूंढे। काहे रे बन खोजन जाही सर्ब निवासी सदा लेपा तो ही संग समाही। पोप मद जो बास बसत है मुकर माहे जैसे साई। तैसे ही हर बसे निरंतर कट ही खोजो पाई। बार भीतर एको जानो ए गुर ज्ञान बिताई। जन नानक बिन आपा चीने मिटे ना परम की काई। बंदे खोज दिल हर रोह जा ना फिर परेशान माहे। ये जो दुनिया शहर मेला दस्तगिरी नाहे। प्रभ मन मंदे प्रभ अवगाहिया मन मंदे प्रभ अवगाहिया। ए रस भोगण पात शाइया। हठ में जाहूँ मैं मानक लद्दा हठ में जाहूँ मैं मानक लद्दा। मुल न किदा मैं कू सतगुर दिता। ढूंढ बजाई थी आथिता जन्म पदार्थ नानक जिता। कर मानक लाल बौला दे कर रतन लाल मानक बौला दे। कर रतन लाल बौ मानक लादे। मन परमिया लै ना सकाइए। जो ओडा कूप गोज खिन काढे त्यों सतगुरा वस्त लहाइए। जिसका गृह तिन दिया ताला कुंजी गुर सौ पाई। अनक जतन करे नहीं पावे बिन सतगुर सरनाई। कोठर में कोठरी परम कोठी बचार। गुर दीनी बस्त कबीर को लेओ बस्त समार। कबीर दी संसार को लीनी जिस मस्तक भाग। अमृत रस जिन पाया थिर ताका सुहाग। कियो श्रृंगार मिलन के ताई कियो श्रृंगार मिलन के ताई। हर ना मिले जग जीवन गुसाई। वाहिगुरु जी का खालसा वाहिगुरु जी की फतेह। गुरु प्यारे गुरु सवारी साध संगत जीओ,
ਹੁਣ ਆਪਾਂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਥੋੜ੍ਹਾ ਜਿਹਾ ਸਮਾਂ ਗੁਰਮਤਿ ਵਿਚਾਰਾਂ ਕਰਨੀਆਂ ਨੇ। ਕੁਦਰਤ ਨੇ ਕੋਈ ਸਮਾਂ ਵੀ ਵਿਹਲਾ ਹੀ ਬਖਸ਼ਿਆ ਹੋਇਆ ਵਾ, ਅਤੇ ਸਮੇਂ ਦਾ ਸਾਨੂੰ ਲਾਹਾ ਲੈਣਾ ਚਾਹੀਦਾ। ਪਰ ਮਨੁੱਖ ਥੋੜ੍ਹਾ ਜਿਹਾ ਦੁਖੀ ਹੋਇਆ ਹੈ, ਕਿਉਂਕਿ ਮਨੁੱਖੀ ਸੁਭਾਅ ਹੋ ਚੁੱਕਿਆ ਹੈ ਇੱਧਰ ਉੱਧਰ ਘੁੰਮਣਾ ਫਿਰਨਾ, ਜਿਹਨੂੰ ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਚਾਰ ਗਵਾਇਆ ਹੰਡ ਕੇ, ਚਾਰ ਗਵਾਇਆ ਸਮ। ਉਹ ਬੰਦਿਆ ਚਾਰ ਪੈਰ ਤੂੰ ਦਿਨੇ ਘੁੰਮ ਫਿਰ ਕੇ ਲਗਾ ਦਿੰਦਾ ਵਾਂ। ਫਰੀਦਾ ਚਾਰ ਗਵਾਇਆ ਹੰਡ ਕੇ, ਹੰਡਣਾ ਮੈਨੇ ਤੁਰਨਾ ਫਿਰਨਾ ਘੁੰਮਣਾ ਫਿਰਨਾ, ਤੇ ਚਾਰ ਗਵਾਇਆ ਸਮ, ਤੇ ਚਾਰ ਪੈਰ ਰਾਤ ਤੂੰ ਸੌਂ ਕੇ ਲਗਾ ਦਿੰਦਾ ਵਾਂ। ਤੇ ਲੇਖਾ ਰੱਬ ਮਗੇਸਿਆ, ਲੇਖਾ ਰੱਬ ਮੰਗੇਸਿਆ, ਤੂੰ ਆਹੋਂ ਕਿਹੜੇ ਕੰਮ। ਬਾਬਾ ਫਰੀਦ ਜੀ ਨੇ ਕਹਿ ਦਿੱਤਾ ਵੀ ਤੂੰ ਤੇ ਚਾਰ ਪੈਰ ਭੱਜੀ ਫਿਰਦਾ ਇੱਧਰ ਉੱਧਰ। ਜੋ ਸੂਰਜ ਚੜ੍ਹਿਆ ਤੇ ਮਹਾਰਾਜ ਕਹਿੰਦੇ ਸੂਰਜ ਚੜ੍ਹੇ ਬਜੋਗ, ਸਭ ਸੇ ਕੱਟੇ ਆਰਜਾ। ਜੈਸੇ ਸੂਰਜ ਚੜ੍ਹਿਆ ਤੇ ਸਭ ਦਾ ਵਿਯੋਗ ਹੋ ਗਿਆ। ਪੰਛੀ ਆਲਣੇ ਛੱਡ ਕੇ ਭੱਜ ਗਏ, ਕੋਈ ਕਿੱਧਰ ਨੂੰ ਭੱਜ ਗਿਆ, ਕੋਈ ਕਿੱਧਰ ਨੂੰ ਪਰ ਗਿਆ। ਸੂਰਜ ਚੜ੍ਹੇ ਬਜੋਗ, ਸਭ ਸੇ ਕੱਟੇ ਹਾਰ ਜਾ। ਤੇ ਬੰਦਿਆ ਇਹ ਸੂਰਜ ਨਹੀਂ ਅੱਜ ਚੜ੍ਹਿਆ, ਨਵਾਂ ਇੱਕ ਤੇਰਾ ਵੀ ਸਮਾਂ ਬਤੀਤ ਹੋ ਗਿਆ, ਤੇ ਨਵਾਂ ਸਮਾਂ ਤੈਨੂੰ ਮਿਲ ਗਿਆ। ਸੂਰਜ ਚੜ੍ਹੇ ਬਜੋਗ, ਸਭ ਸੇ ਕੱਟੇ ਹਾਰ ਜਾ ਹਾਰ ਜਾ। ਮਨ ਤਨ ਰੱਤਾ ਭੋਗ, ਕੋਈ ਹਾਰੇ ਕੋ ਜਣੇ। ਬਾਹਰ ਕਹਿੰਦੇ ਸਮੇਂ ਦਾ ਕੋਈ ਫਾਇਦਾ ਲੈ ਜਾਂਦੇ ਨੇ ਤੇ ਕੋਈ ਨਹੀਂ ਫਾਇਦਾ ਲੈਂਦੇ। ਤੇ ਸਿਆਣੇ ਇੱਕ ਗੱਲ ਕਹਿੰਦੇ ਆ ਵੀ ਜਿਹੜਾ ਸਮੇਂ ਦੀ ਕਦਰ ਨਹੀਂ ਕਰਦਾ ਤੇ ਸਮਾਂ ਉਹਨੂੰ ਬਰਬਾਦ ਕਰਦਾ। ਸਮੇਂ ਦੀ ਕਦਰ ਜਿਹੜਾ ਨਹੀਂ ਕਰਦਾ ਤੇ ਸਮਾਂ ਉਹਨੂੰ ਬਰਬਾਦ ਕਰਦਾ। ਇਸ ਕਰਕੇ ਮਹਾਰਾਜ ਕਹਿੰਦੇ 12 ਬਰਸ ਬਾਲਪਨ ਬੀਤੇ, 30 ਬਰਸ 20 ਬਰਸ ਕਸ ਤਪ ਨਾ ਕੀਓ। ਬੰਦਿਆ 12 ਸਾਲ ਤੇ ਤੇਰੇ ਐਵੇਂ ਬਚਪਨ ਚ ਲੰਘ ਗਏ, 20 ਸਾਲ ਤੱਕ ਤੂੰ ਕੋਈ ਜਪ ਤਪ ਸੇਵਾ ਨਹੀਂ ਕੀਤੀ। 12 ਬਰਸ ਬਾਲਪਨ ਬੀਤੇ, 30 ਬਰਸ ਤਪ ਕਿਛ ਤਪ ਨਾ ਕੀਓ। 20 ਬਰਸ ਕਸ ਤਪ ਨਾ ਕੀਓ, 30 ਬਰਸ ਕਸ ਦੇਵ ਨਾ ਪੂਜਾ। ਫਿਰ ਪਛਤਾਨਾ ਬਿਰਦ ਪਇਓ, ਮੇਰੀ ਮੇਰੀ ਕਰਦੇ ਜਨਮ ਗਇਓ। ਤੋ ਮਹਾਰਾਜ ਕੁਦਰਤ ਨੇ ਸਮਾਂ ਬਖਸ਼ਿਆ ਹੋਇਆ ਵਾ ਵੀ ਜ਼ਿੰਦਗੀ 'ਚ ਥੋੜ੍ਹਾ ਜਿਹਾ ਵੇਲ ਰੱਬ ਨੇ ਦਿੱਤਾ ਹੋਇਆ ਵਾ। ਰੱਬ ਨੇ ਤੇ ਵੇਲ ਦਿੱਤਾ, ਪਰ ਬੰਦਾ ਫੇਰ ਨਹੀਂ ਵਿਹਲਾ ਰਹਿਣਾ ਚਾਹੁੰਦਾ। ਤੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ। ਅੱਜ ਅਸੀਂ ਐਮ ਇੱਕ ਨੁਕਤੇ ਤੇ ਗੱਲ ਕਰਨੀ ਹੈ। ਨੁਕਤਾ ਬੜਾ ਡੂੰਘਾ ਹੈ। ਨੁਕਤਾ ਇਹ ਹੈ ਕਿ ਰੱਬ ਦਾ ਮਿਲਣ ਕਿਵੇਂ ਹੋਏ। ਹੋਂ ਟੁੰਡੀਂਦੀ ਦਰਸ਼ਨ ਕਾਰਨ, ਬੀਥੀ ਬੀਥੀ ਪੇਖਾਂ। ਮੈਂ ਉਹਨੂੰ ਲੱਭਦੀ ਫਿਰਦੀ ਗਲੀ ਗਲੀ ਵਿੱਚੋਂ, ਤੇ ਕਿੱਥੋਂ ਲੱਭ ਜਾਵੇ। ਤੇ ਜਿਨ੍ਹਾਂ ਦੇ ਅੰਦਰ ਸਿੱਖ ਪੈਦਾ ਹੋ ਗਈ ਰੱਬ ਨੂੰ ਮਿਲਣ ਦੀ, ਉਹ ਫਿਰ ਖੋਜ ਕਰਦੇ ਨੇ। ਜਦੋਂ ਕਿਸੇ ਨੂੰ ਪਿਆਸ ਲੱਗ ਜਾਂਦੀ ਤੇ ਉਹ ਫਿਰ ਪਾਣੀ ਲੱਭਦਾ ਹੈ, ਤੇ ਜਿਹਨੂੰ ਭੁੱਖ ਲੱਗ ਜਾਂਦੀ ਉਹ ਫਿਰ ਲੰਗਰ ਲੱਭਦਾ ਫਿਰਦਾ, ਤੇ ਜਿਹਨੂੰ ਰੱਬ ਦੀ ਭੁੱਖ ਲੱਗ ਗਈ ਫਿਰ ਉਹ ਰੱਬ ਲੱਭਦਾ ਫਿਰਦਾ। ਲਓ, ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਤਰੀਕਾ ਦੱਸਿਆ ਰੱਬ ਨੂੰ ਲੱਭਣ ਦਾ। ਮਾਰ ਕਹਿੰਦੇ ਮਨ ਖੋਜ ਮਾਰਗ,
ਇਹ ਮੇਰੇ ਮਨਾ ਤੂੰ ਰੱਬ ਦੇ ਮਾਰਗ ਦੀ ਖੋਜ ਕਰ ਲੈ। ਇਹਦਾ ਖੋਜ ਸ਼ਬਦ ਵਾ ਨਾ, ਇਹਦਾ ਉਲਟਵਾ ਅਰਥ ਆ ਖੱਜ। ਖੋਜ ਦਾ ਖੋਜ ਸ਼ਬਦ ਕਿੱਥੋਂ ਆਇਆ? ਇਹ ਖੱਜ ਤੋਂ ਆਇਆ। ਤੇ ਖੱਜ ਦਾ ਮਤਲਬ ਰਿੜਕਣਾ, ਹਿਲਾਉਣਾ। ਜਦੋਂ ਕੋਈ ਕਿਸੇ ਨੂੰ ਰਿੜਕੇ ਉਹਨੂੰ ਕਹਿੰਦੇ ਇਹ ਖੱਜ ਕਰ ਰਿਹਾ ਹੈ, ਜਾਨੀ ਕਿ ਖੋਜ ਕਰ ਰਿਹਾ ਹੈ। ਜਿਸ ਤਰ੍ਹਾਂ ਹੁਣ ਤਾਂ ਚਲੋ ਕਹਾਣੀ ਮੁੱਕ ਗਈ ਹੈ, ਪੁਰਾਣੀਆਂ ਬੀਬੀਆਂ ਉਹ ਚਾਟੀ ਵਿੱਚ ਮਧਾਣੀ ਪਾ ਕੇ ਤੇ ਉਹਨੂੰ ਖੱਜ ਕਰਦੀਆਂ ਸੀ, ਰਿੜਕਦੀਆਂ ਸੀ। ਉਹ ਰਿੜਕਣਾ ਹੀ ਦੁੱਧ ਵਿੱਚੋਂ ਮੱਖਣ ਦੀ ਖੋਜ ਵਾ। ਤੇ ਕਬੀਰ ਨੇ ਕਿਹਾ ਜੋ ਖੋਜੇ ਸੋ ਪਾਵੇ, ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ। ਇਹ ਧਰਤੀ ਤੋਂ ਕਬੀਰ ਗੁਰੂ ਕੀ ਬਾਣੀ ਕਹਿੰਦੀ ਬੰਦਿਆ ਜੋ ਤੂੰ ਖੋਜੇਗਾ ਉਹ ਤੈਨੂੰ ਮਿਲ ਜਾਣਾ ਹੈ, ਕਿਉਂਕਿ ਇੱਥੇ ਸਭ ਕੁਛ ਆ, ਸਭ ਕੁਛ ਬਹੁਤ ਬਹੁਤ ਉਹ ਪਾਇਆ। ਕਬੀਰ ਨੇ ਆਖਿਆ ਨਾ ਕਿ ਹਰ ਕਾ ਬਿਲੋਵਣਾ ਬਿਲੋਵੋ ਮੇਰੇ ਭਾਈ। ਉਹ ਬੰਦਿਆ ਉਹ ਨਾਮ ਦਾ ਬਲੋਵਣਾ ਪਾ ਕੇ ਅੰਦਰੋਂ ਤਤ ਵਸਤੂ ਨੂੰ ਲੱਭਣਾ ਖਰ ਆਪਣੇ। ਤੇ ਹਰ ਕਾ ਬਲੋਵਣਾ ਬਲੋਵੋ ਮੇਰੇ ਭਾਈ, ਸਹਿਜ ਬਲੋਵੋ ਜੈਸੇ ਤਤ ਨਾ ਜਾਈ। ਅੱਜ ਦਾ ਸਾਡਾ ਜਿਹੜਾ ਵਿਸ਼ਾ ਹੈ ਕਿ ਰੱਬ ਨੂੰ ਮਿਲਣਾ ਹੈ, ਰੱਬ ਦੀ ਖੋਜ ਉਹ ਕਿੱਥੋਂ ਕਰਨੀ ਹੈ। ਤੇ ਬੜੇ ਬੜੇ ਮਤ ਮਤਾਂਤਰ ਨੇ ਧਰਤੀ ਉੱਤੇ। ਸਾਹਿਬ ਨੇ ਕਿਹਾ ਸੰਤ ਸਮੂਹ ਅਨੇਕ ਮਤੀ ਕੇ, ਅਨੇਕਾਂ ਮਤਾਂ ਦੇ ਸਾਧੂ ਮਹਾਤਮਾ ਧਰਤੀ ਤੇ ਬੈਠੇ ਹੋਏ ਨੇ ਤੇ ਰੱਬ ਦੀ ਖੋਜ ਪਏ ਕਰਦੇ ਨੇ। ਪਰ ਅਖੀਰ ਤੇ ਜਾ ਕੇ ਗੁਰੂ ਗੋਬਿੰਦ ਸਿੰਘ ਨੇ ਉਹਨਾਂ ਸਵਈਆਂ 'ਚ ਲਿਖਿਆ ਹੈ ਕਿ ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ, ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ। ਉਸ ਰੱਬ ਦਾ ਕਿਸੇ ਨੇ ਭੇਦ ਨਹੀਂ ਪਾਇਆ ਤੇ ਬੰਦਾ ਕਰਦਾ ਕੀ ਹੈ ਫਿਰ? ਸਾਹਿਬ ਕਹਿੰਦੇ ਨੇ ਕਾਹੂ ਲੈ ਪਾਹਨ ਪੂਜ ਧਰਿਓ ਸਿਰ। ਕਿਸੇ ਨੇ ਪੱਥਰ ਘੜ ਲਿਆ ਤੇ ਪੱਥਰ ਲੈ ਕੇ ਬਹਿ ਗਿਆ, ਕਹਿੰਦਾ ਇਹ ਜਗਨਨਾਥ ਜੇ, ਇਹ ਠਾਕਰ ਜੇ, ਤੇ ਮੈਂ ਇਹਦੀ ਪੂਜਾ ਕਰਦਾ ਤੇ ਤੁਸੀਂ ਵੀ ਪੂਜੋ ਇਸ ਨੂੰ। ਇਸ ਤਰ੍ਹਾਂ ਹੀ ਹੋ ਰਿਹਾ ਨਾ। ਤੇ ਕਬੀਰ ਨੇ ਆਖਿਆ ਕਬੀਰ ਪਾਹਣ ਪਰਮੇਸ਼ਰ ਕੀਆ, ਪੂਜੇ ਸਭ ਸੰਸਾਰ, ਇਸ ਪ੍ਰਵਾਸੇ ਜੋ ਰਹੇ। ਕਹਿੰਦੇ ਪੱਥਰ ਤੇ ਭਰੋਸਾ ਕਰ ਲੈਣਾ ਚਾਹੀਦਾ। ਗੁਰੂ ਕੀ ਬਾਣੀ ਨਹੀਂ ਐਸਾ ਕਹਿੰਦੀ। ਕਬੀਰ ਸਾਹਿਬ ਕਹਿੰਦੇ ਜਿਹੜਾ ਪੱਥਰਾਂ ਤੇ ਭਰੋਸਾ ਕਰੂਗਾ ਨਾ, ਪੱਥਰਾਂ ਦੇ ਠਾਕਰਾਂ ਉੱਤੇ ਭਰੋਸਾ ਕਰੂਗਾ, ਕਬੀਰ ਪਾਹਣ ਪਰਮੇਸ਼ਰ ਕੀਆ, ਪੂਜੇ ਸਭ ਸੰਸਾਰ, ਇਸ ਪ੍ਰਵਾਸੇ ਜੋ ਰਹੇ, ਡੂਬੇ ਕਾਲੀ ਧਾਰ। ਉੱਥੇ ਡੁੱਬ ਜੂਗਾ ਜਿੱਥੋਂ ਕੋਈ ਬਚਾ ਹੀ ਨਹੀਂ ਸਕਦਾ। ਇਸ ਕਰਕੇ ਮਹਾਰਾਜ ਕਹਿੰਦੇ ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ। ਕਿਸੇ ਨੇ ਗਲ ਵਿੱਚ ਠਾਕਰ ਬਣਾ ਕੇ ਤੇ ਗਲ ਵਿੱਚ ਹੀ ਪਾ ਲਿਆ। ਆ ਬਾਬਿਆਂ ਦੀਆਂ ਫੋਟੋਆਂ ਫਾਟੋਆਂ ਨਹੀਂ ਆ, ਕਈ ਚੇਲੇ ਬਾਬਿਆਂ ਦੇ ਪਾਈ ਫਿਰਦੇ ਲੋਕਟ ਜਿਹਾ। ਤੇ ਮਹਾਰਾਜ ਕਹਿੰਦੇ ਆ ਵੀ ਕਾਹੂ ਲੈ ਸਿਰ, ਕਾਹੂ ਪਛਾਂ ਕੋ ਸੀਸ ਨਵਾਇਓ, ਕਾਹੂ ਲਖਿਓ ਹਰ ਅਵਾਚੀ ਦਸਾ ਮੈਂ। ਤੇ ਕੋਈ ਕਹਿੰਦਾ ਰੱਬ ਦੱਖਣ ਵਿੱਚ ਰਹਿੰਦਾ ਤੇ ਕੋਈ ਕਹਿੰਦਾ ਰੱਬ ਪੱਛਮ ਵਿੱਚ ਰਹਿੰਦਾ। ਆਪੋ ਆਪਣੇ ਨੇਕ ਮਤੀ ਕੇ ਤੇ ਉੱਦਾਂ ਦੀ ਜਿੱਦਾਂ ਦੇ ਉਹਨਾਂ ਦੇ ਮਤਾਂ ਨੇ ਸਮਝਾਇਆ ਤੇ ਉੱਦਾਂ ਹੀ ਉਹ ਰੱਬ ਦੀ ਬਾਤਾਂ ਪਏ ਪਾਉਂਦੇ ਨੇ। ਸਾਹਿਬ ਨੇ ਕਿਹਾ ਨਾ ਕਿ ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਖਿਓ ਹਰ ਅਵਾਚੀ। ਇਹ ਅਵਾਚੀ ਦਿਸ਼ਾ ਕਹਿੰਦੇ ਨੇ ਦੱਖਣ ਨੂੰ, ਕਿ ਦੱਖਣ ਦੇਸ਼ ਹਰੀ ਕਾ ਵਾਸਾ। ਸਾਡੇ ਵੀ ਕਹਿੰਦੇ ਨੇ ਹਜ਼ੂਰ ਸਾਹਿਬ ਉਧਰ ਨੂੰ ਜਾਣਾ, ਅਸੀਂ ਹੁਣ ਫਸੇ ਨੇ ਉੱਥੇ। ਤੇ ਹੁਣ ਪਿੱਛਾ ਚੇਤੇ ਆ ਰਿਹਾ, ਜੇ ਤੁਹਾਡਾ ਗੁਰੂ ਨਾਲ ਪਿਆਰ ਵਾ ਤੇ ਰਹੋ। ਹੁਣ ਦੱਖਣ ਵਿੱਚ ਗਏ ਹੋ ਤੁਸੀਂ,
ਹੁਣ ਕਿ ਉੱਥੇ ਤਰਲੇ ਲੈਣ ਦੇ ਕਿੱਦਾਂ ਕੱਢ ਲਿਓ, ਮੁੜ ਕੇ ਨਹੀਂ ਇੱਥੇ ਆਉਂਦੇ ਅਸੀਂ, ਇੱਕ ਵਾਰੀ ਕੱਢ ਲਓ। ਇਹ ਜਿਹੜਾ ਅਸੀਂ ਧਰਮ ਸਥਾਨਾਂ 'ਤੇ ਆਉਣੇ ਆ, ਇਹ ਕੋਈ ਸਾਡੇ ਅੰਦਰ ਕੋਈ ਖਿੱਚ ਨਹੀਂ ਹੈ ਰੱਬ ਨੂੰ ਮਿਲਣ ਦੀ। ਇਹ ਤਾਂ ਮੌਜ ਮੇਲਾ, ਘੜੀ ਪਲ ਕੜਾਹ ਪ੍ਰਸ਼ਾਦ ਲਿਆ, ਬਸ ਰੱਬ ਰੱਬ 2 ਮਿੰਟ ਕੀਤਾ ਚੱਲ। ਤੇ ਜੇ ਰੱਬ ਨੂੰ ਮਿਲਣ ਦੀ ਸਿੱਖ ਵਾ, ਤਾਂ ਹੁਣ ਬੈਠੇ ਹਜ਼ੂਰ ਸਾਹਿਬ ਮਿਲੋ ਰੱਬ ਨੂੰ। ਹੁਣ ਉਹ ਕਦੀ ਮੁੱਖ ਮੰਤਰੀ ਨੂੰ ਫੋਨ ਕਰਦੇ, ਕਦੀ ਕਿਸੇ ਨੂੰ ਮੰਤਰੀ ਨੂੰ ਕਰਦੇ, ਕਦੀ ਸਾਨੂੰ ਇੱਥੋਂ ਕੱਢ ਲਾ। ਪਤਾ ਨਹੀਂ ਕਿ ਉਮਰ ਕੈਦ ਹੋ ਗਈ ਉੱਥੇ, ਗੁਰਦੁਆਰੇ ਬੈਠੇ ਹੋ ਤੁਸੀਂ। ਗੁਰਦੁਆਰਾ ਧਰਮ ਸਥਾਨ 'ਤੇ ਇਹਨਾਂ ਵਾਸਤੇ ਵੜਦਿਆਂ ਤੇ ਐਂ ਮਹਿਸੂਸ ਕਰਦੇ ਵੀ ਜੇ ਉਮਰ ਕੈਦ ਹੋ ਗਈ, ਹੁਣ ਇੱਥੋਂ ਪਤਾ ਨਹੀਂ ਨਿਕਲਣਾ ਕਿ ਨਹੀਂ ਨਿਕਲਿਆ ਜਾਣਾ, ਤੇ ਛੇਤੀ ਛੇਤੀ ਭਾਜੋ ਬਾਹਰ ਹੋ ਜਾਓ ਉੱਥੋਂ। ਕਿਉਂ? ਸਾਹਿਬ ਨੇ ਇਹਦਾ ਵੀ ਕਾਰਨ ਦੱਸਿਆ ਬਾਣੀ 'ਚ। ਸਾਹਿਬ ਕਹਿੰਦੇ ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਨ ਸਤਿਗੁਰ ਪਾਸ। ਜਿਨ੍ਹਾਂ ਦੇ ਚਿੱਤ ਕਠੋਰ ਨੇ ਉਹਨਾਂ ਦਾ ਚਿੱਤ ਨਹੀਂ ਲੱਗਦਾ ਇੱਥੇ ਆਣ ਕੇ ਗੁਰੂ ਦੇ ਕੋਲ। ਕਿਉਂ? ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਨ ਸਤਿਗੁਰ ਪਾਸ। ਕਿਉਂ? ਉੱਥੇ ਸੱਚ ਵਰਤਦਾ, ਉੱਥੇ ਤਾਂ ਹੁਣ ਕੀਰਤਨ ਹੋਣਾ ਗੁਰਦੁਆਰੇ, ਤੇ ਗੁਰਦੁਆਰੇ ਸਾਹਿਬ ਨੇ ਕਿਹਾ ਗੁਰਦੁਆਰੇ ਹਰ ਕੀਰਤਨ ਸੁਣੀਏ, ਸਤਿਗੁਰ ਭੇਟ ਹਰ ਜਸ ਮੁਖ ਭਣੀਏ। ਤੇ ਗੁਰਦੁਆਰੇ ਹੋਣੀ ਹੈ ਕਥਾ, ਤੇ ਨਾ ਸਾਨੂੰ ਕਥਾ ਚੰਗੀ ਲੱਗਣੀ ਤੇ ਨਾ ਸਾਨੂੰ ਲੱਗਣਾ ਕੀਰਤਨ ਚੰਗਾ, ਤੇ ਤਾਂ ਨਹੀਂ ਹੁਣ ਮਨ ਗੁਰਦੁਆਰੇ 'ਚ ਲੱਗਦਾ। ਹਾਂ ਵੀ ਲੰਗਰ ਪਾਣੀ ਹੋਵੇ ਇੱਥੇ, ਛਕੋ ਛਕਾਈ, ਉੱਧਰ ਭਾਈ ਵਿਚਾਰਾ ਇਕੱਲਾ ਇੱਥੇ ਬੈਠਾ ਰਹੇ ਮੇਰੇ ਵਾਂਗੂ, ਆਹ ਕੰਮ ਠੀਕ ਆ। ਵੀ ਭਾਈ ਹੋਣੀ ਕਥਾ ਕਰਨ ਗੁਰਦੁਆਰੇ ਬਹਿ ਕੇ, ਅਸੀਂ ਤੇ ਉੱਥੇ ਲੰਗਰ ਹੀ ਤਿਆਰ ਕਰਨਾ ਤੇ ਲੰਗਰ ਹੀ ਖਾਣਾ। ਬਸ ਸਾਡੇ ਧਰਮ ਸਥਾਨਾਂ ਦਾ ਇੰਨਾ ਕੀ ਮਨੋਰਥ ਰਹਿ ਗਿਆ ਵੀ ਲੰਗਰ ਬਣਾਓ, ਖਾਓ ਤੇ ਲੈ ਕੇ ਜਾਓ ਘਰਾਂ ਨੂੰ, ਰੱਬ ਰੱਬ ਕਰੋ ਬਸ। ਤੇ ਰਾਹ ਇੱਥੇ ਕੋਈ ਬੈਠਾ ਨਹੀਂ ਜਾਂਦਾ ਗੁਰੂ ਕੀ ਬਾਣੀ ਕੋਲ। ਕਿਉਂ? ਜਿਨ ਕੇ ਚਿੱਤ ਕਠੋਰ ਹੈ, ਸਾਡਾ ਚਿੱਤ ਨਹੀਂ ਗੁਰੂ ਕੀ ਬਾਣੀ ਨਾ ਲੱਗਦਾ। ਸੇ ਬਹਿ ਨਾ ਸਤਿਗੁਰ ਪਾਸ, ਇੱਥੇ ਕੋਈ ਬਹਿੰਦਾ ਹੀ ਨਹੀਂ ਗੁਰਦੁਆਰੇ। ਤੇ ਜੇ ਆ ਵੀ ਜਾਂਦੇ ਤੇ ਕਾਹਲੇ ਪੈ ਜਾਂਦੇ ਵੀ ਛੇਤੀ ਛੇਤੀ ਬਾਬਾ ਜੀ ਭੋਗ ਪਾ ਦਿਓ ਜਾਣਾ ਵਾ, ਇਸ ਤਰ੍ਹਾਂ ਵੀ ਕਰ ਦਿੰਦੇ ਨੇ। ਹੁਣ ਪਤਾ ਲੱਗਾ ਵੀ ਗੁਰੂ ਦਾ ਕਿੰਨਾ ਕੁ ਪਿਆਰ ਸੀ। ਹੁਣ ਹਜ਼ੂਰ ਸਾਹਿਬ ਉੱਥੇ ਬੈਠੇ ਤਰਲੇ ਲੈਣ ਦੇ ਨੇ, ਇਹ ਕਰੀ ਸਾਨੂੰ ਜੇਲ੍ਹ ਚੋਂ ਛਡਾ ਦਿਓ ਹੁਣ ਕਿਸੇ ਤਰ੍ਹਾਂ, ਨਹੀਂ ਤੇ ਸਾਡੇ ਪ੍ਰਾਣ ਗਏ ਜੇ ਹੁਣ। ਤੇ ਕਹਿੰਦੇ ਗੁਰੂ ਗੋਬਿੰਦ ਸਿੰਘ ਡੀਕਦਾ, ਤੇ ਹੁਣ ਡੀਕਦੇ ਤੇ ਗਏ, ਤੇ ਬੈਠੇ ਰਹੋ ਹੁਣ। ਖੈਰ, ਕਾਹੂੰ ਲਖਿਓ ਹਰ ਆਚੀ ਦਿਸ਼ਾ ਮੈਂ, ਕਾਹੂੰ ਪਿਛਾਂ ਕੋ ਸੀਸ ਨਵਾਇਓ। ਕੋਈ ਕਹਿੰਦਾ ਰੱਬ ਦੱਖਣ ਵਿੱਚ ਰਹਿੰਦਾ, ਤੇ ਕੋਈ ਕਹਿੰਦਾ ਰੱਬ ਪੱਛਮ ਵਿੱਚ ਰਹਿੰਦਾ। ਇਹ ਤੇ ਅਨਮਤੀਆਂ ਦੀ ਹੈ ਬਾਤ, ਗੁਰੂ ਕੀ ਬਾਣੀ ਦੀ ਬਾਤ ਨਹੀਂ ਹੈ। ਉਹ ਕਿਸੇ ਨੇ ਕਿਹਾ ਨਾ ਵੀ ਰਾਹ ਕਹੀਂ ਰਾਹੀ ਕਹੀਂ, ਰਾਹ ਕੋਈ ਰੱਬ ਨੂੰ ਹੋਰ ਜਾਂਦਾ ਤੇ ਰਾਹੀ ਕਿਸੇ ਹੋਰ ਪਾਸੇ ਤੁਰ ਗਿਆ। ਰਾਹ ਕਹੀਂ ਰਾਹੀ ਕਹੀਂ, ਰਾਹ ਕੋਈ ਹੋਰ ਵਾ ਤੇ ਬੰਦਾ ਕਿਸੇ ਹੋਰ ਰਾਹ ਨੂੰ ਜਾ ਰਿਹਾ ਵਾ। ਤੇ ਰਹਿਬਰ ਕਹੀਂ, ਗੁਰੂ ਨੇ ਕੁਛ ਹੋਰ ਕਿਹਾ ਤੇ ਅਸੀਂ ਕੁਛ ਹੋਰ ਹੀ ਪਏ ਕਰਦੇ ਹਾਂ। ਆ ਸਿੱਖ ਕੌਮ ਤੇ ਹੁਣ ਲੰਗਰਾਂ ਦੇ ਪਿੱਛੇ ਪੈ ਗਈ ਆ। ਵੀ ਇਹ ਕਹਿੰਦੇ ਅਸੀਂ ਇਸ ਤਰ੍ਹਾਂ ਆਪਣੇ ਧਰਮ ਨੂੰ ਉੱਚਾ ਕਰਕੇ ਦਿਖਾਉਣਾ। ਇੱਦਾਂ ਧਰਮ ਨਹੀਂ ਉੱਚੇ ਹੁੰਦੇ। ਸਾਡੇ ਨਾਲ ਤਾਂ ਕਈ ਗੁਣਾ ਦੂਜੇ ਧਰਮ ਉੱਚੇ ਨੇ, ਉਹ ਲੰਗਰ ਲਾ ਕੇ ਉੱਚੇ ਹੋਏ ਨੇ। ਨਾ 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 ਨਾ, ਇਹ ਸਾਡੀ ਕੌਮ ਕਿਰਾਏ ਪੈ ਗਈ ਆ। ਕਿਉਂ? ਗੁਰ ਸਮਝਾਵੇ ਸਮਝੇ ਸੋਈ। ਗੁਰੂ ਨੂੰ ਅਸੀਂ ਪੁੱਛਣਾ ਨਹੀਂ, ਤੇ ਧਰਮ ਦੇ ਸਾਰੇ ਕਰਮ ਅਸੀਂ ਆਪਣੇ ਆਪ ਹੀ ਕਰੀ ਜਾਣੇ ਨੇ। ਤੇ ਸਾਹਿਬ ਨੇ ਕਿਹਾ, ਕਿਸੇ ਨੇ ਕਿਹਾ ਰਾਹ ਕਹੀਂ ਰਾਹੀ ਕਹੀਂ, ਰਹਿਬਰ ਕਹੀਂ, ਇਸ ਤਰ੍ਹਾਂ ਪਹੁੰਚਾ ਹੈ ਕਹੀਂ। ਉਹ ਬੰਦਿਆ, ਰਾਹ ਕੋਈ ਹੋਰ ਜਾਂਦਾ ਹੈ, ਤੂੰ ਕਿਸੇ ਹੋਰ ਰਾਹ ਪੈ ਗਿਆ ਵਾ, ਤੇ ਜਿਸ ਰਾਹ ਤੂੰ ਪੈ ਗਿਆ ਉਸ ਰਾਹ ਤੇ ਕੋਈ ਮੰਜ਼ਿਲ ਆਉਣੀ ਨਹੀਂ ਹੈ। ਮੰਜ਼ਿਲ ਤਾਂ ਆਉਣੀ ਨਹੀਂ ਹੈ ਰਾਹ, ਉਸ ਰਾਹ ਉਹ ਰਾਹ ਹੀ ਨਹੀਂਗਾ ਜਿਹੜੇ ਰਾਹ ਤੂੰ ਤੁਰਿਆ ਜਾ ਰਿਹਾ ਨਾ। ਉਹ ਮਸਕੀਨ ਸਾਹਿਬ ਇੱਕ ਸਮਝਾਉਂਦੇ ਹੁੰਦੇ ਆ, ਸਾਖੀ ਸ਼ੇਖ ਸਾਦੀ ਦੀ ਸੁਣਾਉਂਦੇ ਹੁੰਦੇ ਆ। ਕੋਈ ਨੌਜਵਾਨ ਬੜੀ ਤੇਜ਼ੀ ਦੇ ਨਾਲ ਮੱਕੇ ਨੂੰ ਜਾ ਰਿਹਾ, ਰੇਗਿਸਤਾਨ ਇਲਾਕਾ, ਬੜੀ ਦੌੜਦਾ ਜਾ ਰਿਹਾ। ਜਿੱਦਾਂ ਅਸੀਂ ਧਰਮ ਸਥਾਨਾਂ ਨੂੰ ਭੱਜੇ ਜਾਂਦੇ ਹਾਂ, ਤੇ ਉੱਥੇ ਘੰਟਾ ਵੀ ਨਹੀਂ ਬੈਠਾ ਜਾਂਦਾ, ਕਾਹਲੇ ਪੈ ਜਾਂਦੇ, ਵਾਪਸ ਭੱਜ ਆਉਂਦੇ ਆ। ਉਹ ਮਹਾਂਪੁਰਖ ਰਾਜ ਬੈਠੇ ਸੀ ਸ਼ੇਖ ਸਾਦੀ, ਤੇ ਕੋਈ ਨੌਜਵਾਨ ਜਾ ਰਿਹਾ, ਤੇ ਸ਼ੇਖ ਸਾਦੀ ਪੁੱਛਦੇ ਵੀ ਜਵਾਨਾ ਕਿੱਧਰ ਨੂੰ ਜਾ ਰਿਹਾ? ਕਹਿੰਦਾ ਜੀ ਮੈਂ ਮੱਕੇ ਨੂੰ ਜਾ ਰਿਹਾ। ਸ਼ੇਖ ਸਾਦੀ ਨੇ ਮੱਥੇ ਤੇ ਹੱਥ ਮਾਰਿਆ,
ਤੇ ਉਹ ਨੌਜਵਾਨ ਕਹਿੰਦਾ, ਦਰਵੇਸ਼ ਜੀ ਕੀ ਮੇਰੇ ਮੱਕੇ ਤੇ ਜਾਣ ਤੇ ਤੁਹਾਨੂੰ ਕੋਈ ਸ਼ੱਕ ਵਾ? ਕਹਿਣ ਲੱਗੇ ਨਹੀਂ। ਮੇਰੀ ਚਾਲ 'ਚ ਕੋਈ ਫਰਕ ਵਾ? ਕਹਿਣ ਲੱਗੇ ਨਹੀਂ। ਮੇਰੇ ਕੋਈ ਚਾਲ 'ਚ ਫਰਕ ਵਾ? ਕਹਿੰਦੇ ਨਹੀਂ। ਤੇ ਫਿਰ ਤੁਹਾਨੂੰ ਇਸ ਤੇ ਇਤਰਾਜ਼ ਕਿਉਂ ਹੋਇਆ? ਕਹਿਣ ਲੱਗੇ ਨਹੀਂ ਨੌਜਵਾਨਾ, ਜਿਸ ਪਾਸੇ ਤੂੰ ਜਾ ਰਿਹਾ ਨਾ, ਇੱਧਰ ਮੱਕਾ ਹੈ ਹੀ ਨਹੀਂ ਹੈ, ਇੱਧਰ ਤਾਂ ਮੱਕਾ ਹੀ ਨਹੀਂ ਹੈ, ਤੇ ਤੂੰ ਕਿਵੇਂ ਜਾਵੇਂਗਾ? ਤੂੰ ਤੁਰਿਆ ਤੇਰੇ ਤੁਰਨ 'ਚ ਕੋਈ ਫਰਕ ਨਹੀਂ ਹੈ, ਤੂੰ ਮੰਜ਼ਿਲ ਬੜੀ ਤੈਅ ਕਰਕੇ ਆਇਆ, ਬੜੀ ਕਰੇਗਾ, ਪਰ ਅੱਗੇ ਮੱਕਾ ਹੀ ਨਹੀਂ ਹੈ, ਇਸ ਤਰ੍ਹਾਂ ਤੇ ਮੱਕਾ ਹੀ ਨਹੀਂ ਹੈ। ਇਸ ਕਰਕੇ ਸਾਹਿਬ ਕਿਸੇ ਨੇ ਕਿਹਾ, ਰਾਹੀ ਕਹੀਂ ਇਸ ਤਰ੍ਹਾਂ ਪਹੁੰਚਾ ਹੈ ਕਹੀਂ, ਇਸ ਤਰ੍ਹਾਂ ਮੰਜ਼ਿਲ ਤੇ ਅਜੇ ਤੱਕ ਕੋਈ ਨਹੀਂ ਪਹੁੰਚਾ। ਤੇ ਮਹਾਰਾਜ ਕਹਿੰਦੇ ਨੇ, ਮਨ ਖੋਜ ਮਾਰਗ, ਕਿ ਬੰਦਿਆ ਇੱਕੋ ਹੀ ਰਾਹ ਰੱਬ ਨੂੰ ਜਾਂਦਾ, ਦੋ ਰਾਹ ਰੱਬ ਦੇ ਨਹੀਂ ਹੈ। ਕਈ ਕਹਿੰਦੇ ਨੇ ਸਾਰੇ ਉਹਨੂੰ ਰਾਹ ਜਾਂਦੇ ਨੇ, ਨਾ ਨਾ ਨਾ, ਉਹਨੂੰ ਰਾਹ ਇੱਕੋ ਜਾਂਦਾ। ਇਹ ਧਰਮ ਦੇ ਰਾਹ ਨੇ, ਇਹ ਲੋਕਾਂ ਦੇ ਪੰਥ ਨੇ, ਰੱਬ ਦਾ ਰਾਹ ਨਹੀਂ ਹੈ। ਜਿਸ ਤਰ੍ਹਾਂ ਕਿਸੇ ਨੇ ਕਿਹਾ ਸੀ ਨਾ ਕਿ ਕਾਫਲੇ ਵੱਧ ਗਏ, ਜਿਹੜੇ ਤੁਰੇ ਸੀ ਨਾ ਰੱਬ ਨੂੰ ਮਿਲਣ, ਉਹ ਪਹੁੰਚ ਗਏ ਰੱਬ ਤੱਕ। ਹੁਣ ਤੇ ਰੱਬ ਵਾਲੇ ਪਾਸੇ ਕੋਈ ਜਾਂਦਾ ਹੀ ਨਹੀਂ ਗਾ। ਕਾਫਲੇ ਵੱਧ ਗਏ ਜਾਂ ਮਿਟ ਗਏ, ਕੋਈ ਰਾਹ 'ਚੋਂ ਮੁੜ ਆਏ, ਕੋਈ ਅੱਗੇ ਪਹੁੰਚ ਗਏ। ਰਾਸਤੇ ਸੁਨਸਾਨ ਨਜ਼ਰ ਆ ਰਹੇ ਹੈ, ਹੁਣ ਰੱਬ ਦੇ ਰਾਹ ਤੇ ਕੋਈ ਨਹੀਂ ਹੈ, ਖਾਲੀ ਪਿਆ ਰਾਹ ਰੱਬ ਦਾ। ਹੁਣ ਸੜਕਾਂ ਨਹੀਂ ਖਾਲੀ ਪਈਆਂ, ਕੁੱਤੇ ਉੱਤੇ ਸੌਤੇ ਆ ਮੌਜਾਂ ਨਾਲ। ਜਿਨ੍ਹਾਂ ਕੁੱਤਿਆਂ ਨੂੰ ਅਸੀਂ ਰੂੜੀਆਂ 'ਤੇ ਨਹੀਂ ਸੌਣ ਦਿੰਦੇ, ਉਹ ਸੜਕਾਂ 'ਤੇ ਮੌਜਾਂ ਕਰਨ ਦੇ ਨੇ, ਬੇਪਰਵਾਹ ਹੋ ਕੇ ਸੁੱਤੇ ਨੇ। ਇਸੇ ਤਰ੍ਹਾਂ ਹੀ ਜਿਹੜਾ ਰੱਬ ਦਾ ਰਾਹ ਵਾ ਨਾ, ਉੱਤੇ ਕੋਈ ਨਹੀਂ ਹੈ, ਖਾਲੀ ਪਿਆ ਹੈ। ਅਸੀਂ ਧਰਮ ਸਥਾਨਾਂ 'ਤੇ ਭੀੜਾਂ 'ਤੇ ਪੈਦਾ ਕਰ ਦਿੱਤੀਆਂ, ਅੱਜ ਸੰਗਰਾਂ ਦਾ ਜੀ ਮੱਸਿਆ 'ਤੇ ਆ ਜਾਓ, ਪੁੰਨਿਆਂ 'ਤੇ ਆ ਜਾਓ। ਜਿਹੜਾ ਰੱਬ ਨੂੰ ਰਾਹ ਜਾਂਦਾ ਉਹ ਖਾਲੀ ਪਿਆ ਹੋਇਆ ਹੈ। ਕਿਉਂ? ਉਹ ਥੋੜ੍ਹਾ ਜਿਹਾ ਕੰਮ ਔਖਾ ਵਾ, ਤੇ ਬੰਦਾ ਕੰਮ ਸੌਖਾ ਹੀ ਚਾਹੁੰਦਾ ਜ਼ਿੰਦਗੀ 'ਚ ਕਰਨਾ। ਕਬੀਰ ਜੈ ਮਾਰਗ ਪੰਡਤ ਗਏ, ਜਿੱਥੇ ਲੋਕ ਗੁਣੀ ਗਿਆਨੀ ਜਿਸ ਰਾਹ 'ਤੇ ਤੁਰ ਪਏ, ਤੇ ਦੁਨੀਆ ਉਹਨਾਂ ਦੇ ਮਗਰ ਲੱਗ ਪਈ। ਇਹ ਕਹਾਣੀਆਂ ਬੜੀਆਂ ਜਾਣਦਾ, ਕਥਾ ਬੜੀ ਕਰਦਾ, ਤੇ ਕਥਾ ਕਹਾਣੀਆਂ ਵਾਲਾ ਰੱਬ ਦੇ ਮਾਰਗ 'ਤੇ ਜਾ ਹੀ ਨਹੀਂ ਸਕਦੇ। ਇੱਕ ਮੈਂ ਗੱਲ ਕਹਿ ਦਿਆਂ, ਥੋੜ੍ਹੀ ਜਿਹੀ ਹੈ ਤੇ ਉਹ ਉਸ ਹੋਰ ਤਰ੍ਹਾਂ ਵਾ, ਹੋ ਸਕਦਾ ਕਿਸੇ ਨੂੰ ਚੁੱਭਦੀ ਵੀ ਹੋਏ, ਚਲੋ ਮੈਂ ਤਰੀਕੇ ਨਾਲ ਕਹਿ ਦਿੰਦਾ। ਅੱਜ ਸਾਡੀ ਕੌਮ ਦੇ ਵਿੱਚ ਇੱਕ ਬਹੁਤ ਵੱਡਾ ਦੁਖਾਂਤ ਹੈ ਵੀ ਜਿਹੜੇ ਸਟੇਜਾਂ ਉੱਤੇ ਬੈਠ ਕੇ ਸਾਨੂੰ ਕਥਾ ਕਹਾਣੀਆਂ ਸੁਣਾਉਂਦੇ ਆ ਨਾ, ਉਹਨਾਂ ਨੇ ਕੋਈ ਖੋਜ ਨਹੀਂ ਰੱਬ ਦੀ ਕੀਤੀ। ਵੇਖੋ ਗੱਲ ਤਾਂ ਸਿੱਧੀ ਆ ਨਾ, ਵੀ ਜਿਸ ਬੰਦੇ ਨੂੰ ਕਾਰ ਚਲਾਉਣੀ ਨਾ ਆਉਂਦੀ ਹੋਵੇ, ਉਹ ਕਾਰ ਚਲਾਉਣ ਬਹਿ ਜਾਵੇ, ਤੇ ਜਿਹੜੇ ਮੇਰੇ ਵਰਗੇ ਅੱਗੇ ਪਿੱਛੇ 10 ਕੋਈ 4 ਬੈਠੇ ਹੋਣਗੇ, ਉਹ ਮੰਜ਼ਿਲ 'ਤੇ ਨਹੀਂ ਜਾਣਗੇ। ਅੱਜ ਜਿਹੜੇ ਸਾਡੇ ਗੁਣੀ ਗਿਆਨੀ ਸਟੇਜਾਂ ਉੱਤੇ ਬੈਠੇ ਹੋਏ ਆ ਨਾ, ਇਹਨਾਂ ਨੇ ਕੋਈ ਖੋਜ ਪਰਮਾਤਮਾ ਦੀ ਨਹੀਂ ਕੀਤੀ। ਇਹਨਾਂ ਨੇ ਕਿਤਾਬਾਂ ਪੜ੍ਹ ਲੀਆਂ, ਕਥਾ ਪੜ੍ਹ ਲਈ, ਕਹਾਣੀਆਂ ਪੜ੍ਹ ਲੀਆਂ, ਉਹ ਕਥਾ ਕਹਾਣੀਆਂ ਲੈ ਕੇ ਸਟੇਜਾਂ 'ਤੇ ਆ ਗਏ। ਨਹੀਂ ਨਹੀਂ, ਸਾਡੀ ਕੌਮ 'ਚ ਉਹ ਲੋਕ ਅਲੋਪ ਹੋ ਗਏ ਜਿਹੜੇ ਰੱਬ ਦੀ ਖੋਜ ਕਰਦੇ ਸੀ। ਗਿਆਨੀ ਸੰਤ ਸਿੰਘ ਜੀ ਮਸਕੀਨ, ਉਹਨਾਂ ਨੇ ਖੋਜ ਕੀਤੀ, ਮੁਕੰਮਲ ਨਹੀਂ ਕੀਤੀ ਉਹਨਾਂ ਨੇ ਕੋਈ 14-15 ਸਾਲ ਤੋਂ ਲੈ ਕੇ 20-22 ਸਾਲ ਤੱਕ ਖੋਜ ਕੀਤੀ ਉਹਨਾਂ ਨੇ। ਉਸ ਤੋਂ ਬਾਅਦ ਉਹ ਕਥਾ ਵਾਲੇ ਪਾਸੇ ਆ ਗਏ ਬਸ। ਤੇ ਜਦੋਂ ਬੰਦਾ ਸਟੇਜਾਂ 'ਤੇ ਆ ਜਾਂਦਾ ਨਾ, ਕਥਾ ਵਾਲੇ ਪਾਸੇ ਆ ਜਾਂਦਾ, ਉਹ ਫਿਰ ਅੰਦਰ ਦੀ ਖੋਜ ਉੱਥੇ ਰੁਕ ਜਾਂਦੀ ਹੈ, ਤੇ ਘਟਦਿਆਂ ਘਟਦਿਆਂ ਕਈ ਵਾਰੀ ਉਹ ਮੁੱਕ ਹੀ ਜਾਂਦੀ ਹੈ। ਕਿਉਂਕਿ ਇਹ ਕਬੀਰ ਨੇ ਕਿਹਾ ਨਾ, ਇਹ ਕੰਮ ਔਖਾ ਵਾ। ਫਰੀਦਾ ਦਰਵੇਸ਼ੀ ਗਾਖੜੀ, ਇਹ ਕੰਮ ਔਖਾ ਹੈ ਰੱਬ ਨੂੰ ਖੋਜਣਾ। ਬਾਕੀ ਸਾਰੇ ਕੰਮ ਸੌਖੇ ਨੇ, ਪਰ ਰੱਬ ਨੂੰ ਖੋਜਣਾ ਸਭ ਤੋਂ ਔਖਾ ਕੰਮ ਜੇ। ਕਿਉਂ? ਕੱਟ ਆਵ ਕੱਟ ਡੂੰਗਰ ਘਣਾ, ਇੱਕ ਨਿਰਗੁਣ ਬੈਲ ਹਮਾਰ। ਰੱਬ ਦਾ ਰਾਹ ਜਿਹੜਾ ਉਹ ਬੜਾ ਔਖਾ ਵਾ, ਉਹ ਪਹਾੜੀ ਰਸਤਾ, ਤੇ ਪਹਾੜ ਵੀ ਬੜੇ ਡਰਾਵਣੇ ਨੇ। ਕੱਟ ਆਵ ਕੱਟ ਡੂੰਗਰ ਘਣਾ, ਇੱਕ ਨਿਰਗੁਣ ਬੈਲ ਹਮਾਰ। ਜਿਸਨੇ ਵੀ ਜ਼ਿਕਰ ਕੀਤਾ ਨਾ ਉਹ ਰੱਬ ਦੇ ਰਾਹ ਦਾ, ਕਿ ਮਨ ਖੋਜ ਮਾਰਗ,
ਤੇ ਜਦੋਂ ਉਹਨਾਂ ਨੇ ਖੋਜਣਾ ਸ਼ੁਰੂ ਕੀਤਾ ਤੇ ਉਹਨਾਂ ਨੂੰ ਬੜੀਆਂ ਔਖਿਆਈਆਂ ਆਈਆਂ, ਬੜੀਆਂ ਮੁਸ਼ਕਲਾਂ ਆਈਆਂ। ਫਿਰ ਉਹਨਾਂ ਨੇ ਲੋਕਾਂ ਨੇ ਆਖਿਆ, ਆਖਣੇ ਔਖਾ ਸਾਚਾ ਨਾਉ, ਆਖਣ ਔਖਾ ਸਾਚਾ ਨਾਉ। ਸਾਰੀ ਦਿਹਾੜੀ ਨਿੰਦਾ ਚੁਗਲੀ ਕਰੀ ਜੋ, ਕੱਖ ਨਹੀਂ ਹੁੰਦਾ। 2 ਵਾਰੀ ਵਾਹਿਗੁਰੂ ਕਹਿ ਰੋ, ਤੀਜੀ ਵਾਰੀ ਸਿਰ ਪੀੜ ਤੇ ਚੌਥੀ ਵਾਰੀ ਨੀਂਦ ਆ ਜਾਂਦੀ। ਮੈਂ ਤੇ ਅੱਗੇ ਵੀ ਕਹਿੰਦਾ ਹੁੰਦਾ ਵੀ ਜਿਹਨੂੰ ਨੀਂਦ ਨਾ ਆਵੇ, ਇੱਕ ਕਹਾਣੀ ਸੁਣਾਉਂਦੇ ਹੁੰਦੇ ਆ ਵੀ ਕੋਈ ਵੈਦ ਕੋਲ ਚਲ ਗਿਆ ਜੀ, ਇਹ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ, ਤੇ ਕਹਿੰਦੇ ਮੇਰੇ ਕੋ ਕੀ ਲੈਣ ਆਇਆ, ਉੱਥੇ ਚਲ ਜਾ ਜਿੱਥੇ ਕਥਾ ਕਹਾਣੀਆਂ ਹੁੰਦੀਆਂ, ਕੋਈ ਰੱਬ ਦੇ ਗੀਤ ਗਾਉਣ ਦਿਆ, ਨੀਂਦ ਆਪੇ ਤੈਨੂੰ ਆ ਜਾਣੀ ਉੱਥੇ। ਇਹ ਔਖਾ ਕੰਮ ਹੈ ਨਾ। ਤਾਂ ਖੈਰ ਮਹਾਰਾਜ ਕਹਿੰਦੇ ਆ ਵੀ ਮਨ ਖੋਜ ਮਾਰਗ, ਤੇ ਕਿੱਦਾਂ ਖੋਜਿਆ ਜਾ ਰਿਹਾ ਰੱਬ ਨੂੰ। ਮਹਾਰਾਜ ਕਹਿੰਦੇ ਆ ਮਨ ਖੋਜ ਮਾਰਗ, ਧਿਆਨੀ ਧਿਆਨ ਲਾਵੇ, ਗਿਆਨੀ ਗਿਆਨ ਕਮਾਵੇ। ਜੋਗੀ ਲੋਕ ਸੁਣ ਵਿੱਚ ਧਿਆਨ ਜੋੜਦੇ ਨੇ, ਤੇ ਸਾਡੇ ਗਿਆਨੀ ਲੋਕ ਕਿਤਾਬਾਂ ਪਏ ਖੋਜਦੇ ਨੇ, ਰੱਬ ਨੂੰ ਕੋਈ ਖੋਜਦਾ ਹੀ ਨਹੀਂ ਹੈ। ਮੈਂ ਅੱਗੇ ਕਹਿ ਰਿਹਾ ਸੀ, ਅੱਜ ਸਾਡੀ ਕੌਮ 'ਚ ਬਹੁਤ ਵੱਡਾ ਦੁਖਾਂਤ ਵਾਪਰ ਗਿਆ ਹੈ ਵੀ ਸਾਡੀ ਕੌਮ ਦੇ ਗਿਆਨੀ 2 ਸਾਲ ਦਾ ਕੋਰਸ ਕਰਦੇ ਨੇ, ਕਿਤਾਬਾਂ ਪੜ੍ਹ ਲੈਂਦੇ ਨੇ, ਮੁੜ ਕੇ ਸਟੇਜ 'ਤੇ ਆਉਂਦੇ ਨੇ ਤੇ ਕਥਾ ਕਹਾਣੀਆਂ ਸ਼ੁਰੂ ਕਰ ਦਿੰਦੇ ਨੇ, ਤੇ ਇਹਨਾਂ ਨੇ ਕੋਈ ਖੋਜ ਰੱਬ ਦੀ ਨਹੀਂ। ਕਿਉਂਕਿ ਇਹ ਮਨ ਨੂੰ ਪੜ੍ਹਨਾ ਪੈਣਾ ਰੱਬ ਨੂੰ ਖੋਜਣਾ। ਤੇ ਮੰਮਾ ਮਨ ਸੋ ਕਾਜ ਹੈ, ਮਨ ਸਾਧੇ ਸਿਧ ਹੀ ਹੋਏ, ਮਨ ਸੀ ਮਨ ਹੀ ਕਹੇ ਕਬੀਰਾ, ਮਨ ਸਾ ਮਿਲਿਆ ਨਾ ਕੋਏ। ਮਨ ਹੀ ਨਾਲ ਝਗੜਾ, ਮਨ ਹੀ ਨਾਲ ਸੱਥ, ਮਨ ਹੀ ਮੰਝ ਸਮਾਏ। ਇਹ ਸਾਰੀ ਖੇਡ ਮਨ ਦੀ ਹੈ। ਅਸੀਂ ਪੜ੍ਹ ਲੈਂਦੇ ਕਿਤਾਬਾਂ ਤੇ ਬਣ ਜਾਂਦੇ ਗਿਆਨੀ, ਤੇ ਸਾਡੇ ਵਰਗੇ ਲੋਕੀ ਕਹਿੰਦੇ ਬੱਲੇ ਬੱਲੇ ਬੱਲੇ, ਇਹਨੂੰ ਤੁਕਾਂ ਬੜੀਆਂ ਯਾਦ ਨੇ, ਇਹ ਕਥਾ ਬੜੀ ਕਰ ਲੈਂਦਾ। ਤੇ ਕਥਾ ਤੇ ਇੱਕ ਗੋਣੀ ਆ, ਕੋਈ ਵੀ ਸਿੱਖ ਸਕਦਾ, ਇਹ ਕੋਈ ਵੱਡੀ ਬਾਤ ਨਹੀਂ ਹੈ ਕਥਾ ਕਰਨੀ। ਗੱਲ ਹੈ ਕਿ ਪ੍ਰਮਾਤਮਾ ਦੀ ਖੋਜ ਕਿੰਨੇ ਕੀਤੀ ਹੈ। ਕਥਾ ਤੇ ਕੋਈ ਵੀ ਜਾਣ ਲਿਆ। ਸ਼ਰਾਬ ਪੀ ਕੇ ਲੋਕੀ ਕਥਾ ਕਰ ਲੈਂਦੇ ਨੇ, ਸ਼ਰਾਬੀ ਕਥਾ ਕਰਦੇ ਨੇ, ਫੀਮ ਖਾ ਕੇ ਲੋਕੀ ਕਥਾ ਕਰ ਲੈਂਦੇ ਨੇ, ਪਾਠ ਕਰ ਲੈਂਦੇ ਨੇ, ਸਭ ਕੁਝ ਕਰ ਲੈਂਦੇ ਨੇ। ਰੱਬ ਦੀ ਖੋਜ ਇੱਕ ਵੱਖਰਾ ਕੰਮ ਹੈ, ਵੱਖਰਾ ਮੈਟਰ ਹੈ। ਮੈਂ ਕਹਿ ਰਿਹਾ ਸੀ, ਗਿਆਨੀ ਸੰਤ ਸਿੰਘ ਮਸਕੀਨ ਹੋਣਾ ਨੇ ਖੋਜ ਕੀਤੀ ਬਚਪਨ 'ਚ। ਉਹਨਾਂ ਨੂੰ ਬਰਾਗ ਲੱਗਾ, ਉਹ 13-14 ਸਾਲ ਦੇ ਜਦੋਂ ਘਰ ਛੱਡ ਕੇ ਚਲ ਗਏ। ਸਾਧੂ ਮਹਾਤਮਾ ਦੇ ਨਾਲ ਜੰਗਲਾਂ ਬੇਲਿਆਂ 'ਚ ਰਹੇ। ਉਹਨਾਂ ਨੇ ਕੋਈ 10 ਸਾਲ ਖੋਜ ਕੀਤੀ, 8-10 ਸਾਲ। ਉਸ ਤੋਂ ਬਾਅਦ ਉਹ ਘਰ ਆ ਗਏ, ਗ੍ਰਸਤੀ ਬਣ ਗਏ, ਮੁੜ ਕੇ ਕਥਾ ਸ਼ੁਰੂ ਹੋਤੀ। ਉਹਨਾਂ ਦੀ ਖੋਜ ਮੁਕੰਮਲ ਨਹੀਂ ਹੈ, ਪਰ ਇਹਨਾਂ ਵੀ ਖੋਜ ਉਹਨਾਂ ਨੇ ਥੋੜ੍ਹੀ ਬਹੁਤੀ ਜ਼ਰੂਰ ਕੀਤੀ। ਮਸਕੀਨ ਸਾਹਿਬ ਨੇ ਮੁਕੰਮਲ ਨਹੀਂ ਸੀ। ਮੈਨੂੰ ਵੀ ਉਹਨਾਂ ਕੋਲ ਬੈਠਣ ਦਾ ਮੌਕਾ ਮਿਲਿਆ। ਇਸ ਵੇਲੇ ਹੁਣ ਸਾਡੀ ਕੌਮ ਦੇ ਕੋਲ ਜਿਹੜੇ ਸਟੇਜਾਂ ਉੱਤੇ ਗਿਆਨੀ ਬਹਿੰਦੇ ਨੇ, ਕਿਸੇ ਨੇ ਮਾਸਾ ਜਿੰਨੀ ਵੀ ਕੋਈ ਖੋਜ ਨਹੀਂ ਰੱਬ ਦੀ ਕੀਤੀ। ਕਿਉਂ? ਰੱਬ ਦੀ ਖੋਜ ਵਾਸਤੇ ਸਮਾਂ ਚਾਹੀਦਾ ਹੈ, ਇਕਾਂਤ ਜਗ੍ਹਾ ਚਾਹੀਦੀ ਆ, ਉਹ ਅੰਦਰ ਦਾ ਰੌਲਾ ਬੰਦ ਕਰਨਾ ਪੈਂਦਾ, ਫੇਰ ਜਾ ਕੇ ਮਨ ਦੀ ਖੋਜ ਹੁੰਦੀ ਹੈ। ਹੈ ਹਜੂਰ ਕਤ ਦੂਰ ਬਤਾਵੋ, ਦੁੰਦਰ ਬਾਂਧੋ ਸੁੰਦਰ ਪਾਵੋ। ਕਬੀਰ ਸਾਹਿਬ ਕਹਿੰਦੇ ਜਿੰਨਾ ਚਿਰ ਤੇਰੇ ਅੰਦਰੋਂ ਰੌਲਾ ਨਹੀਂ ਨਾ ਬੰਦ ਹੁੰਦਾ। ਆ ਵੇਖੋ ਕਦੇ ਇਕਾਂਤ ਇਸ ਤਰ੍ਹਾਂ ਬੈਠ ਕੇ ਵੇਖੋ, ਕਿੰਨਾ ਰੌਲਾ ਪੈ ਰਿਹਾ ਮਨ ਅੰਦਰ, ਕੀ ਪਿਆ ਕਰਦਾ ਏ। ਪਾ ਰਿਹਾ ਨਾ ਰੌਲਾ, ਹੁਣ ਚੀਕਾਂ ਵੱਜਣ ਦੀਆਂ, ਹੁਣ ਅੰਦਰ ਬਹਿਣਾ ਪੈ ਗਿਆ ਤੇ ਵੱਜਣ ਦੀਆਂ ਚੀਕਾਂ। ਕਦੋਂ ਸਮਾਂ ਆਵੇ ਤਾਂ ਹੁਣ ਫੇਰ ਅੱਗੇ ਉਹ ਸੜਕਾਂ 'ਤੇ ਭੱਜੀਏ। ਇਹ ਜਿਹੜੀ ਰੱਬ ਦੀ ਖੋਜ ਵਾ, ਇਹ ਅੰਦਰ ਦੀ ਖੋਜ ਵਾ। ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਏ, ਮਨ ਹੀ ਮਨ ਸੇ ਕਹੇ ਕਬੀਰਾ, ਮਨ ਸਾ ਮਿਲਿਆ ਨਾ ਕੋਈ। ਮੈਂ ਕਹਿ ਰਿਹਾ ਸੀ ਵੀ ਇਹ ਜਿਹੜੇ ਸਾਡੀ ਕੌਮ ਦੇ ਗਿਆਨੀ ਨੇ ਨਾ, ਇਹਨਾਂ ਕੋਲ ਇਸ ਵੇਲੇ ਕੋਈ ਹੁਣ ਰੱਬ ਦੀ ਖੋਜ ਨਹੀਂ ਹੈ, ਤੇ ਲੋਭ ਨਾ ਭਰੇ ਪਏ ਨੇ। ਕਿਉਂ? ਲੋਭੀ ਵਿਕਾਰੀ ਬੰਦਾ ਰੱਬ ਦੀ ਖੋਜ ਨਹੀਂ ਕਰ ਸਕਦਾ। ਸਾਡੀ ਕੌਮ ਦੇ ਵਿੱਚ ਜਿੰਨੇ ਗਿਆਨੀ ਨੇ, ਲੋਭੀ ਨੇ। ਇਹਨਾਂ ਨੂੰ ਪੈਸੇ ਨਾਲ ਹੀ ਮਤਬਲ ਹੈ। ਕੀਰਤਨੀਏ, ਉਹਨਾਂ ਨੂੰ ਵੀ ਪੈਸੇ ਨਾਲ ਮਤਬਲ, ਕਥਾਵਾਚਕ, ਉਹਨਾਂ ਨੂੰ ਵੀ ਪੈਸੇ ਨਾਲ ਹੀ ਮਤਬਲ। ਪਤਾ ਨਹੀਂ ਕਿਉਂ ਲੋਭ ਛਾ ਗਿਆ ਸਾਡੇ ਅੰਦਰ। ਤੁਮਾਰਾ ਕਹਿੰਦੇ ਆ, ਹੈ ਹਜੂਰ ਕਤ ਦੂਰ ਬਤਾਵੋ, ਦੁੰਦਰ ਬਾਂਧੋ ਸੁੰਦਰ ਪਾਵੋ। ਤੇ ਰੱਬ ਦੀ ਖੋਜ ਕਿੱਥੋਂ ਕਰਨੀ ਆ?
ਧਿਆਨੀ ਧਿਆਨ ਲਾਵੇ, ਗਿਆਨੀ ਗਿਆਨ ਕਮਾਵੇ, ਪ੍ਰਭ ਕਿਨਹੀ ਜਾਦਾ। ਨਾ ਤੇ ਉਹ ਗਿਆਨੀ ਹੈ ਉਹਨੂੰ ਪਛਾਣ ਸਕਦੇ ਨੇ, ਨਾ ਧਿਆਨ ਲਾਉਣ ਵਾਲੇ ਪਛਾਣ ਸਕਦੇ ਨੇ। ਇੱਕ ਮੈਂ ਕਹਿ ਰਿਹਾ ਸੀ ਵੀ ਧਿਆਨ ਜਿਹੜਾ ਜੋਗੀਆਂ ਦਾ ਧਿਆਨ ਹੋਰ ਵਾ, ਤੇ ਗੁਰਮਤ ਦੇ ਸਾਡੀ ਗੁਰਮਤ ਨੇ ਧਿਆਨ ਕੋਈ ਹੋਰ ਦੱਸਿਆ ਵਾ। ਉਹ ਜੋਗੀ ਦਸਮ ਦਵਾਰ 'ਚ ਧਿਆਨ ਟਿਕਾਉਂਦੇ ਸੀ, ਪਰ ਜਿਹੜਾ ਸਾਡਾ ਗੁਰਮਤ ਨੇ ਧਿਆਨ ਦੱਸਿਆ ਵੀ ਉਹ ਰੱਬ ਦਾ ਨਾਮ ਸੁਣੋ, ਰੱਬ ਦਾ ਨਾਮ ਜਪੋ, ਤੇ ਜਪਦਿਆਂ ਜਪਦਿਆਂ ਸੁਣਦਿਆਂ ਸੁਣਦਿਆਂ ਤੇ ਸਭ ਕਹਿੰਦੇ ਸੁਣਿਆ ਲਾਗੇ ਸਹਿਜ ਧਿਆਨ। ਬੰਦਿਆ ਤੂੰ ਰੱਬ ਦਾ ਨਾਮ ਸੁਣੀ ਜਾ, ਕੀਰਤਨ ਸੁਣੀ ਜਾ, ਕਥਾ ਸੁਣੀ ਜਾ, ਤੇ ਸੁਣਦਿਆਂ ਸੁਣਦਿਆਂ ਰੌਲਾ ਬੰਦ ਹੋ ਜੂ ਤੇਰੇ ਅੰਦਰ ਪੈ ਰਿਹਾ ਜਿਹੜਾ। ਤੇ ਜਿੱਦਣ ਰੌਲਾ ਬੰਦ ਹੋ ਗਿਆ ਤੇ ਤੇਰਾ ਧਿਆਨ ਲੱਗ ਜੂ। ਰੌਲਾ ਨਹੀਂ ਤੇ ਧਿਆਨ ਲੱਗਣ ਦਿੰਦੇ ਆ, ਤੇ ਹੋਰ ਕੀ, ਹੋਰ ਕੋਈ ਬਾਤ ਕੀ ਨਹੀਂ ਹੈ। ਕੋਈ ਬੰਧਨ ਨਹੀਂ ਹੈ ਇੱਕ ਰੌਲੇ ਤੋਂ ਬਿਨਾਂ। ਜਿਹੜਾ ਸਾਡੇ ਅੰਦਰ ਰੌਲਾ ਵਾ ਨਾ, ਇਹੀ ਬੰਧਨ ਆ ਰੱਬ ਤੇ ਮੇਰੇ ਵਿੱਚ ਮਿਲਣ ਦੇ। ਕਿ ਉਹ ਸ਼ਿੰਗਾਰ ਮਿਲਣ ਕੇ ਤਾਂ ਹੀ ਹਰ ਨਾ ਮਿਲੇ ਜਗ ਜੀਵਨ ਗੁਸਾਈ। ਹਰ ਮੇਰਾ ਪਿਰ ਹੋ ਹਰ ਕੀ ਬੋਰੀਆ, ਰਾਮ ਵੱਡੇ ਮੈਂ ਤਨਕ ਲਹੋਰੀਆ। ਪਿਰ ਤਨ ਪਿਰ ਇੱਕ ਹੀ ਸੰਗਵਾਸ, ਦੂਰ ਨਹੀਂ ਹੈ ਮੇਰੋ ਪਿਆਰੋ। ਤੁਮਾਰਾ ਕਹਿੰਦੇ ਆ ਭਾਈ, ਜੇ ਤੂੰ ਰੱਬ ਨੂੰ ਮਿਲਣਾ, ਉਹਨੂੰ ਮਿਲਣ ਦਾ ਸ਼ੌਂਕ ਰੱਖਦਾ ਹੈ, ਤੇ ਆਪਣੇ ਮਨ ਨੂੰ ਖੋਜ ਲੈ। ਤੇ ਜਿੰਨਾ ਚਿਰ ਤੂੰ ਮਨ ਨੂੰ ਨਹੀਂ ਖੋਜਦਾ, ਉਹਨਾਂ ਚਿਰ ਰੱਬ ਦਾ ਮਿਲਣ ਨਹੀਂ ਹੋਣਾ। ਜਿੰਨੀਆਂ ਮਰਜ਼ੀ ਕਿਤਾਬਾਂ ਪੜ੍ਹ ਲੈ, ਜਿੰਨੀਆਂ ਮਰਜ਼ੀ ਕਥਾ ਕਰ ਲੈ, ਜਿੰਨੇ ਮਰਜ਼ੀ ਕੀਰਤਨ ਕਰ ਲੈ, ਗੱਲ ਨਹੀਂ ਬਣਨੀ। ਇਸ ਕਰਕੇ ਜਿਹੜੀ ਗੁਰਮਤਿ ਨੇ ਦੱਸਿਆ ਨਾ ਭਾਈ ਸਾਨੂੰ, ਉਹ ਇਹੀ ਹੈ ਕਿ ਅੰਮ੍ਰਿਤ ਵੇਲੇ ਚੌਂਕੜਾ ਮਾਰ ਕੇ ਜਪਿਆ ਕਰ ਸਤਨਾਮ ਸ਼੍ਰੀ ਵਾਹਿਗੁਰੂ, ਤੇ ਧਿਆਨ ਆਪਣਾ ਜੋੜਿਆ ਕਰ ਸ਼ਬਦ ਵਿੱਚ। ਤੇ ਇਹ ਕੰਮ ਸੌਖਾ ਨਹੀਂ ਹੈ, ਮੈਂ ਫੇਰ ਕਹਿ ਦਿਆਂ, ਇਹ ਬੜਾ ਔਖਾ ਕੰਮ ਹੈ। ਉਹ ਬਚਨ ਆਉਂਦਾ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਕਿ ਭਗਤ ਭਾਵ ਇਹ ਮਾਰਗ ਬਿਖੜਾ। ਇਹ ਕੰਮ ਬਹੁਤ ਔਖਾ ਹੀ ਬੰਦਿਆ, ਤੇ ਗੁਰਦੁਆਰੇ ਕੋ ਪਾਵੇ। ਹਾਂ, ਤੂੰ ਗੁਰੂ ਨਾਲ ਮਿਲ ਜਾ, ਰੱਬ ਦੇ ਪਿਆਰਿਆਂ ਨਾਲ ਮਿਲ ਕੇ ਇਹ ਕੰਮ ਕਰ। ਤੇਰੇ ਇਕੱਲੇ ਕੋਈ ਕੰਮ ਹੋਣਾ ਨਹੀਂ ਹੈ, ਰੱਬ ਨੂੰ ਖੋਜਿਆ ਨਹੀਂ ਜਾਣਾ। ਉਹ ਮਹਾਰਾਜ ਕਿਹਾ ਨਾ, ਕੋਈ ਆਵੇ ਸੰਤੋ ਹਰ ਕਾ ਜਨ ਸੰਤੋ, ਮੇਰਾ ਪ੍ਰੀਤਮ ਜਨ ਸੰਤੋ ਮੋਹਿ ਮਾਰਗ ਦਿਖਲਾਵੇ। ਕੋਈ ਆਵੇ ਰੱਬ ਦਾ ਪਿਆਰਾ, ਮੈਨੂੰ ਉਹਦਾ ਮਾਰਗ ਦੱਸੇ। ਉਹ ਕੀ ਦੱਸਦੇ ਨੇ? ਉਹ ਇਹੋ ਕਹਿੰਦੇ ਨੇ, ਬੰਦਿਆ ਉਹ ਤੇਥੋਂ ਦੂਰ ਨਹੀਂ, ਪਰ ਤੇਰਾ ਵੀ ਕਸੂਰ ਨਹੀਂ। ਕਿਉਂ ਤੂੰ ਉਸ ਨੂੰ ਵੇਖ ਸਕੇ, ਤੇਰੀ ਅੱਖ ਵਿੱਚ ਨੂਰ ਨਹੀਂ। ਉਹ ਨੂਰ ਹੀ ਨਹੀਂ ਆ ਤੇਰੀ ਅੱਖ ਵਿੱਚ। ਸੇ ਨਾਨਕ ਸੇ ਅੱਖੜੀਆਂ ਬੇਨ ਜਿਨੀ ਦਸੰਦੋ ਮਾਂ ਪਰੀ। ਇਸ ਕਰਕੇ ਇਹ ਜਿਹੜੀ ਰੱਬ ਦੀ ਖੋਜ ਹੈ ਨਾ ਭਾਈ, ਇਹ ਬਾਹਰੋਂ ਨਹੀਂ ਹੋਣੀ। ਮੈਂ ਕਿਸੇ ਸਾਧੂ ਕੋ ਗਿਆ, ਬੜੀ ਪੁਰਾਣੀ ਗੱਲ ਹੈ। ਹੁਣ ਤੇ ਚਲੋ ਸਾਧੂ ਸੂਧੂ ਮੁੱਕ ਗਏ, ਕਹਾਣੀ ਮੁੱਕ ਗਈ ਹੈ ਨਾ ਧਰਤੀ ਉੱਤੇ। ਤੇ ਮੈਨੂੰ ਉਹਨੇ ਕਿਹਾ ਵੀ ਤੂੰ ਕਿਹੜੀਆਂ ਕਿਹੜੀਆਂ ਕਿਤਾਬਾਂ ਪੜ੍ਹਦਾ ਹੁੰਦਾ ਹੈ। ਮੈਂ ਕਿਤਾਬਾਂ ਕਾਫੀ, ਉਸ ਅੱਜ ਤੋਂ ਕੋਈ 30 ਸਾਲ ਪਹਿਲਾਂ ਦੀ ਗੱਲ ਹੈ। ਉਹਨੂੰ ਪਤਾ ਸੀ ਵੀ ਨੇ ਕਿਤਾਬਾਂ ਬੜੀਆਂ ਰੱਖੀਆਂ ਮੇਰੇ ਬਾਰੇ। ਤੇ ਮੈਨੂੰ ਕਹਿੰਦਾ, ਜੇ ਤੇ ਅੰਦਰੋਂ ਰੱਬ ਨੂੰ ਖੋਜਣਾ, ਜੇ ਤੇ ਰੱਬ ਨੂੰ ਮਿਲਣਾ, ਤੇ ਉਹ ਜਿਹੜੀਆਂ ਕਿਤਾਬਾਂ ਰੱਖੀਆਂ ਨਾ ਤੂੰ ਘਰ ਵਿੱਚ, ਉਹਨਾਂ ਨੂੰ ਅਲਮਾਰੀ 'ਚ ਰੱਖ ਕੇ ਤੇ ਜਿੰਦਰਾ ਮਾਰ ਦੇ, ਤੇ ਅੰਦਰੋਂ ਖੋਜ ਲਾ। ਪਰ ਮੇਰੇ ਮਨ 'ਚ ਗੱਲ ਨਹੀਂ ਆਈ। ਫਿਰ 10 ਸਾਲ ਬਾਅਦ ਆ ਮੇਰੇ ਮਨ 'ਚ ਗੱਲ ਆਈ। ਉਹਨੇ 1994 'ਚ ਮੈਨੂੰ ਇਹ ਗੱਲ ਕਹੀ ਸੀ, ਮੇਰੇ ਮਨ 'ਚ 2003 ਵਿੱਚ ਆਈ ਵੀ ਜਿਹੜੀ ਉਹ ਸਾਧੂ ਨੇ ਗੱਲ ਕਹੀ ਸੀ ਨਾ, ਉਹ ਵਾਕਈ ਠੀਕ ਸੀ। ਇਸ ਕਰਕੇ ਭਾਈ ਭਟਕੋ ਨਾ। ਮਹਾਰਾਜ ਨੇ ਇੱਕ ਬਚਨ ਕੀਤਾ ਹੈ ਬਾਣੀ ਦਾ ਕਿ ਕਰ ਰਤਨ ਲਾਲ ਬਹੁ ਮਾਣਕ ਲਾਦੇ, ਮਨ ਭਰਮਿਆ ਲੈ ਨਾ ਸਕਾਈਏ। ਬੰਦਿਆ ਤੇਰੇ ਕੋ ਇੱਕ ਰੱਬ ਨੇ ਕੀਮਤੀ ਚੀਜ਼ ਦਿੱਤੀ ਹੋਈ ਆ ਤੈਨੂੰ। ਉਹ ਜਦੋਂ ਕਿਹਾ ਨਾ, ਭੀਖਾ ਭੂਖਾ ਕੋ ਨਹੀਂ, ਸਭ ਕੀ ਗਠੜੀ ਲਾਲ। ਗਠੜੀ ਖੋਲ ਨਾ ਜਾਣਿਓ, ਤਾਂ ਤੇ ਪਿਓ ਕੰਗਾਲ। ਬੰਦਿਆ ਤੂੰ ਆਪਣੇ ਅੰਦਰ ਟਿਕ ਜਾ। ਤੈਨੂੰ ਇਹੋ ਜਿਹੜਾ ਤੂੰ ਭੱਜਦਾ ਦੌੜਦਾ ਫਿਰਦਾ, ਇਹਨਾਂ ਚੀਜ਼ਾਂ ਦੀ ਤੈਨੂੰ ਲੋੜ ਹੀ ਨਹੀਂ ਪੈਣੀ। ਤੂੰ ਸਾਜੋ ਸਮਾਨ ਇਕੱਠਾ ਕਰਨ 'ਤੇ ਲੱਗਾ ਹੋਇਆ, ਤੇ ਕੀ ਕਰੇਂਗਾ ਸਾਜੋ ਸਮਾਨ ਇਕੱਠਾ ਕਰਕੇ?
ਆ 2-2 ਮੰਜ਼ਲਾਂ 3-3 ਮੰਜ਼ਲਾਂ ਬਿਲਡਿੰਗਾਂ ਪਾ ਗਈਆਂ, ਰਹਿਣ ਨੂੰ ਜੀ ਨਹੀਂ ਕਰਦਾ ਘਰਾਂ ਵਿੱਚ। ਜਾਂ ਤਾਂ ਮਜ਼ਾ ਹੁਣ ਰਹਿ ਕੇ ਦਿਖਾਓ, ਫਿਰ ਰਹਿਣ ਨੂੰ ਜੀ ਨਹੀਂ ਕਰਨ ਦਿਆ। ਨਾ 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 ਨਾ, ਮਹਾਰਾਜ ਕਹਿੰਦੇ ਭਾਈ ਉਹ ਜਿਹੜਾ ਕੀਮਤੀ ਰਤਨ ਹੈ ਨਾ ਰੱਬ ਦਾ ਨਾਮ, ਉਹ ਤੇਰੇ ਹਿਰਦੇ ਵਿੱਚ ਵਾ। ਤੇ ਉਹ ਕਿਸ ਤਰ੍ਹਾਂ ਮਿਲਣਾ? ਹੱਠ ਮਜਾਹੂ ਮੈਂ ਮਾਣਕ ਲੱਦਾ। ਗੁਰੂ ਅਰਜਨ ਦੇਵ ਜੀ ਕਹਿੰਦੇ ਮੈਨੂੰ ਲੱਭ ਗਿਆ। ਉਹ ਕਿੱਥੋਂ ਲੱਭ ਗਿਆ? ਹਿਰਦੇ ਵਿੱਚੋਂ। ਉਹ ਫਰੀਦ ਨੇ ਨਹੀਂ ਕਿਹਾ ਫਰੀਦਾ ਜੰਗਲ ਜੰਗਲ ਕਿਆ ਭਵੇ, ਵਣ ਕੰਡਾ ਮੋੜੇ ਵਸੀ ਰੱਬ ਹਿਆਲੀਏ ਜੰਗਲ ਕਿਆ ਢੂੰਡੇ। ਬੰਦਿਆ ਤੂੰ ਉਹਨੂੰ ਕਿੱਥੋਂ ਢੂੰਡਦਾ ਫਿਰਦਾ ਹੈ? ਉਹ ਤਾਂ ਮਿਲਣਾ ਹੀ ਨਹੀਂ ਗਾ ਬਾਹਰੋਂ, ਅਜੇ ਤੱਕ ਤਾਂ ਕਿਸੇ ਨੂੰ ਮਿਲਿਆ ਹੀ ਨਹੀਂ। ਤੇ ਤੂੰ ਐਵੇਂ ਕਦੀ ਧਰਮ ਸਥਾਨਾਂ 'ਤੇ ਭਟਕਦਾ ਫਿਰਦਾ ਜੀ, ਸਾਲ ਪਿੱਛੋਂ ਅਸੀਂ ਉੱਥੇ ਜਾਂਦੇ ਹਾਂ ਜੀ, ਸਾਲ ਪਿੱਛੋਂ ਉੱਥੇ ਜਾਂਦੇ। ਇਹ ਕਿਉਂ ਭਟਕ ਰਿਹਾ ਬੰਦਿਆ ਤੂੰ? ਤੇ ਬਾਣੀ ਤਾਂ ਕਹਿੰਦੀ ਆ ਉਹਾਂ ਤੋਂ ਜਾਈਏ ਜੋ ਇਹਾਂ ਨਾ ਹੋਏ। ਬੰਦਿਆ ਤੂੰ ਤਾਂ ਹੀ ਭਟਕ ਜੇ ਉਹ ਤੇਰੇ ਕੋਲ ਨਹੀਂ ਹੈ ਪਰਵਦਗਾਰ ਦਾ। ਉਹ ਤਾਂ ਤੇਰੇ ਕੋਲ ਆ, ਉਹਨੂੰ ਤੂੰ ਮਿਲਣਾ ਨਹੀਂ ਚਾਹੁੰਦਾ, ਜਾਂ ਤਾਂ ਫਿਰ ਐਵੇਂ ਭਟਕ ਰਿਹਾ। ਨਾ ਨਾ, ਮਹਾਰਾਜ ਕਹਿੰਦੇ ਮੈਂ ਹੱਠ ਮਜਾਹੂ ਮੈਂ ਮਾਣਕ ਲੱਦਾ, ਮੁੱਲ ਨਾ ਕਿੱਦਾ ਮੈਂ ਕੂ ਸਤਿਗੁਰ ਦਿੱਤਾ। ਮੈਨੂੰ ਆਪਣੇ ਹਿਰਦੇ ਵਿੱਚੋਂ ਉਸ ਰੱਬੀ ਲਾਲ ਦੀ ਪ੍ਰਾਪਤੀ ਹੋ ਗਈ। ਤੇ ਕਿਸ ਤਰ੍ਹਾਂ ਹੋਈ? ਮੁੱਲ ਨਾ ਕਿੱਦਾ, ਮੈਂ ਕੋ ਮੁੱਲ ਨਹੀਂ ਲਿਆ, ਮੈਂ ਕੂ ਸਤਿਗੁਰ ਦਿੱਤਾ। ਉਹ ਕੀਮਤੀ ਰੱਬ ਦਾ ਨਾਮ, ਉਹ ਕੀਮਤੀ ਹੀਰਾ, ਉਹ ਮੈਨੂੰ ਮੇਰੇ ਸਤਿਗੁਰਾਂ ਨੇ ਦੇ ਦਿੱਤਾ। ਮੈਂ ਇਹ ਮੁੱਲ ਨਹੀਂ ਹੈ, ਇਹ ਮੁੱਲ ਨਾਲ ਨਹੀਂ ਕੋਈ ਚੀਜ਼ ਮਿਲਦੀ। ਇਹ ਤੇ ਜਿਹੜਾ ਗੁਰੂ ਕੀ ਸੰਗਤ ਕੀ ਸੇਵਾ ਕਰੂਗਾ, ਗੁਰੂ ਨੂੰ ਪ੍ਰਸੰਨ ਕਰ ਲੇਗਾ, ਗੁਰੂ ਤੇ ਬਖਸ਼ਾਂ ਕਰ ਦੇਗਾ। ਲੈਣੇ ਤੇ ਬਖਸ਼ਾ ਹੀ ਹੋਇਆ ਸੀ, ਮੱਥਾ ਟੇਕਿਆ ਤੇ ਬਖਸ਼ਾਂ ਹੋ ਗਈਆਂ। ਉਧਰ ਗੁਰੂ ਅਮਰਦਾਸ ਨੇ 12 ਸਾਲ ਘਾਲਣਾ ਘਾਲੀ, ਬੁੱਢੇ ਵਾਰੇ ਵੀ ਗਾਗਰ ਢੋਈ, ਬਖਸ਼ਾਂ ਹੋ ਗਈਆਂ। ਐਸੀ ਕਹਿੰਦੇ ਹੁਣ ਘਰ ਛੱਡੀਏ ਹੀ ਨਾ, ਮੋਹ ਮਮਤਾ ਨੂੰ ਛੱਡੀਏ ਹੀ ਨਾ, ਤੇ ਇੱਥੇ ਕੁਰਸੀਆਂ 'ਤੇ ਬੈਠੀਆਂ ਕੁਛ ਹੋ ਜੇ, ਨਹੀਂ ਤੇ ਪੱਥਰਾਂ 'ਤੇ ਬਹਿਣਾ ਪੈਂਦਾ ਭਾਈ। ਮੈਂ ਉਧਰ ਵੀ ਕਿਹਾ ਸੀ ਕਿ ਬਾਬਾ ਬੁੱਢਾ ਜੀ ਦੀ 100 ਸਾਲ ਘਾਲਣਾ ਹੈ ਗੁਰੂ ਨਾਨਕ ਦੇ ਘਰ ਵਾਸਤੇ, 100 ਸਾਲ ਤੋਂ ਵੱਧ। ਤੇ ਉਹਨਾਂ ਦਾ ਜਿਹੜਾ ਸਥਾਨ ਹੈ ਰਮਦਾਸ, ਅੰਮ੍ਰਿਤਸਰ ਜ਼ਿਲ੍ਹੇ ਹੀ ਸ਼ਾਇਦ ਪੈਂਦਾ, ਉਹ ਉੱਥੇ ਇੱਕ ਪੱਥਰ ਪਿਆ, ਸਿਲ ਪਈ ਬਾਬਾ ਬੁੱਢਾ ਜੀ ਦੇ ਸਥਾਨ 'ਤੇ। ਗੁਰਦੁਆਰੇ ਦੇ ਅੰਦਰ ਉਹਨਾਂ ਸਾਂਭ ਕੇ ਰੱਖਿਆ ਇੱਕ ਪੱਥਰ, ਸਿਲਾ ਕਹਿੰਦੇ ਨੇ ਬਾਬਾ ਬੁੱਢਾ ਜੀ ਦੀ। ਬਾਬਾ ਬੁੱਢਾ ਜੀ ਉਸ ਸਿਲਾ ਉੱਤੇ ਬੈਠ ਕੇ ਤਪ ਕਰਦੇ ਹੁੰਦੇ ਸੀ, ਤਪ। ਉਹ ਸਿਲਾ ਸਾਂਭ ਕੇ ਰੱਖੀ ਹੋਈ ਹੈ। ਇਹ ਕੰਮ ਔਖਾ ਹੈ, ਇਹ ਸੌਖਾ ਨਹੀਂ ਗਾ। ਹਾਂ ਗੁਰੂ ਕਿਰਪਾ ਕਰ ਦੇ ਤੇ ਉੱਦਾਂ ਵੀ ਹੋ ਸਕਦਾ ਹੈ। ਮੁੱਲ ਨਾ ਕਿੱਦਾ ਮੈਂ ਕੂ ਸਤਿਗੁਰ ਦਿੱਤਾ। ਮੈਨੂੰ ਕੋਈ ਮੁੱਲ ਨਹੀਂ ਤਾਰਨਾ ਪਿਆ। ਮੇਰੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਮੇਰੇ ਹੀਰੇ ਰਤਨ ਨਾਮ ਹਰ ਵਸਿਆ, ਗੁਰ ਹਾਥ ਧਰਿਓ ਮੇਰੇ ਮਾਥਾ। ਘਾਲਣਾ ਨਾ ਨਹੀਂ, ਘਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਚਿੰਤਾ। ਇਹ ਸਾਰਿਆਂ ਨੂੰ ਨਹੀਂ ਹੋਣਾ। ਇਹ ਨਾ ਤੁਸੀਂ ਆਖੋ ਬਸ ਜੇ ਘਾਲਣਾ ਨਹੀਂ ਮਿਲਦਾ ਤੇ ਬਸ ਸਵੇਰੇ ਉੱਠਣ ਦੀ ਕੀ ਲੋੜ ਆ, ਸੇਵਾ ਕਰਨ ਦੀ ਕੀ ਲੋੜ ਆ। ਬਾਣੀ ਇਸ ਤਰ੍ਹਾਂ ਮੰਨਦੀ ਆ ਵੀ ਘਾਲਣਾ ਨਾ ਨਹੀਂ ਮਿਲਦਾ, ਸੇਵਾ ਨਾ ਨਹੀਂ ਮਿਲਦਾ ਨਾ, ਤੇ ਵਿਹਲਿਆਂ ਨੂੰ ਵੀ ਨਹੀਂ ਉਹ ਮਿਲਦਾ। ਇਹ ਤਾਂ ਧਰਤੀ ਉੱਤੇ ਕੋਈ ਵਿਰਲਾ ਹੁੰਦਾ ਜਿਹਨੂੰ ਅਚਨਚੇਤ ਹੋ ਜਾਂਦਾ ਹੈ, ਵਰਨਾ ਸਾਰਿਆਂ ਨੂੰ ਨਹੀਂ ਹੈ। ਬਾਬੇ ਫਰੀਦ ਨੂੰ 25 ਸਾਲ ਘਾਲਣੀ ਪੈ ਗਈ। ਗੁਰੂ ਅਮਰਦਾਸ ਨੂੰ 12 ਸਾਲ ਗੋਂਦਵਾਲ ਤੇ ਖਡੂਰ ਸਾਹਿਬ ਗਾਗਰ ਢੋਣੀ ਪੈ ਗਈ। ਇਹ ਘਾਲ ਨਾ ਮਿਲਿਓ, ਸੇਵ ਨਾ ਮਿਲਿਓ, ਇਹ ਸਾਰਿਆਂ ਤੇ ਦੁੱਖ ਨਹੀਂ ਲਾਗੂ ਹੁੰਦੀ। ਨਾ ਨਾ, ਤਾਂ ਮੈਂ ਕਹਿ ਰਿਹਾ ਸੀ ਹੱਠ ਮਜਾਹੂ ਮੈਂ ਮਾਣਕ ਲੱਦਾ, ਮੁੱਲ ਨਾ ਕਿੱਦਾ ਮੈਂ ਕੂ ਸਤਿਗੁਰ ਦਿੱਤਾ। ਤੇ ਜਿੱਦਨ ਅੰਦਰੋਂ ਮਨ ਟਿਕ ਜਾਂਦਾ, ਅੰਦਰੋਂ ਲੱਭ ਲੈਂਦਾ ਉਸ ਨੂੰ, ਤੇ ਢੂੰਡ ਵਜਾਈ ਥੀਆ ਥਿੱਤਾ। ਜਿਹਨੂੰ ਮੈਂ ਖੋਜਦੀ ਸੀ ਉਸ ਨੂੰ ਮੈਂ ਲੱਭ ਲਿਆ। ਤੇ ਹੋਇਆ ਕੀ? ਢੂੰਡ ਵਜਾਈ ਥੀਆ ਥਿੱਤਾ। ਅੰਦਰ ਐ ਜੁੜ ਗਿਆ, ਐ ਟਿਕ ਗਿਆ ਮਨ, ਹੁਣ ਨਹੀਂ ਕਿਤੇ ਜਾਂਦਾ ਏ। ਉਹ ਜਿੱਦਾਂ ਗੁਰੂ ਤੇਗ ਬਹਾਦਰ ਦਾ ਨਹੀਂ ਐ ਟਿਕ ਗਿਆ ਸੀ। ਮਾਈ ਮੈਂ ਤਨ ਪਾਇਓ ਹਰਨਾਮ। ਕੀ ਹੋਇਆ? ਕਿਹੜਾ ਧਨ ਮਿਲਿਆ? ਨਾ ਕੋਈ ਕੋਠਾ ਪੈਂਦਾ। ਕਬੀਰ ਨੂੰ ਧਨ ਮਿਲ ਗਿਆ ਸੀ, ਕਬੀਰ ਦਾ ਕੋਈ ਕੋਠਾ ਤੇ ਪਿਆ ਨਹੀਂ, ਕਬੀਰ ਦੀ ਭੜੋਲੀ 'ਚ ਆਟਾ ਵੀ ਨਹੀਂ ਸੀ। ਕਬੀਰ ਕਹਿੰਦਾ ਹਮ ਨਿਰਧਨ ਜੋ ਇਹ ਧਨ ਪਾਇਓ ਮਰਤੇ ਫੂਟ ਗੁਮਾਨੀ।
ਤੇ ਭੜੋਲੀ ਤੁਹਾਡੀ 'ਚ ਆਟਾ ਨਹੀਂ ਹੈ ਤੇ ਤੁਸੀਂ ਇਹ ਵੀ ਬਾਤ ਕਹੀ ਜਾਂਦੇ ਵੀ ਸਾਨੂੰ ਬੜਾ ਕੀਮਤੀ ਧਨ ਮਿਲ ਗਿਆ। ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਤੁਸੀਂ ਇੰਨਾ ਸਮਾਂ ਇਕਾਂਤਵਾਸ ਹੋ ਕੇ ਉਸ ਧਨ ਨੂੰ ਲੱਭਿਆ ਤੇ ਕੀ ਹੋਇਆ? ਮਾਈ ਮੈਂ ਧਨ ਪਾਇਓ ਹਰ ਨਾਮ, ਮਨ ਮੇਰੋ ਧਾਵਣ ਤੇ ਛੂਟਿਓ। ਮਨ ਹੁਣ ਕਿਸੇ ਪਾਸੇ ਜਾਂਦਾ ਨਹੀਂ, ਜਦੋਂ ਅੰਦਰੋਂ ਇਸ ਨੂੰ ਲਾਲ ਲੱਭ ਜਾਂਦਾ ਹੈ। ਮਾਈ ਮੈਂ ਧਨ ਪਾਇਓ ਹਰ ਨਾਮਾ, ਮਨ ਮੇਰੋ ਧਾਵਣ ਤੇ ਛੂਟਿਓ। ਕਰ ਬੈਠੋ ਬਿਸਰਾਮਾ। ਇਹ ਜਿਹੜਾ ਕਦੀ ਰੁਕਦਾ ਹੀ ਨਹੀਂ ਸੀ, ਦੌੜੀ ਜਾਂਦਾ ਸੀ, ਭੱਜੀ ਜਾਂਦਾ ਸੀ, ਇਹ ਬੈਠ ਗਿਆ, ਰੁਕ ਗਿਆ। ਹੁਣ ਹੋਇਆ ਕਿ ਮਾਇਆ ਮਮਤਾ ਤਨ ਤੇ ਭਾਗੀ। ਕੋਈ ਮਮਤਾ ਨਹੀਂ ਹੁਣ ਸਰੀਰ ਦੀ, ਕੋਈ ਮਮਤਾ ਨਹੀਂ ਪਰਿਵਾਰ ਦੀ, ਕੋਈ ਮਮਤਾ ਨਹੀਂ ਸੰਸਾਰ ਦੀ। ਜੇ ਮਮਤਾ ਹੁੰਦੀ ਤੇ ਕਿਸੇ ਦੀ ਖਾਤਰ ਚਾਂਦਨੀ ਚੌਂਕ 'ਚ ਜਾ ਕੇ ਠੀਕਰ ਫੋਲ ਦਲੀਸ ਸਿਰ ਕਿਉਂ ਕਰਦੇ? ਤੇਗ ਬਹਾਦਰ ਸੀ ਕਰਿਆ ਕਰੀ ਨਾ ਕਿਦਹੂ ਆਨ। ਜੋ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਇਸ ਧਰਤੀ ਤੇ ਕਰ ਗਏ, ਕੋਈ ਕਰ ਨਹੀਂ ਸਕਦਾ। ਤੇ ਸਰੀਰ ਦਾ ਮੋਹ ਨਹੀਂ ਕੀਤਾ। ਆਨੰਦਪੁਰ ਬੈਠੇ ਸੱਚੇ ਪਾਤਸ਼ਾਹ, ਪੂਜਾ ਹੋ ਰਹੀ ਆ, ਲੋਕੀ ਮੱਥੇ ਟੇਕ ਰਹੇ ਨੇ, ਚੜ੍ਹਾਵਾਂ ਚੜ੍ਹ ਰਹੀਆਂ ਨੇ, ਤੇ ਧੰਨ ਗੁਰੂ ਤੇਗ ਬਹਾਦਰ ਜੀ ਆਪ ਦਿੱਲੀ ਚਾਂਦਨੀ ਚੌਂਕ ਜਾਂਦੇ ਨੇ। ਕਿਉਂ? ਮਾਇਆ ਮਮਤਾ ਤਨ ਤੇ ਭਾਗੀ, ਉਪਜਿਓ ਨਿਰਮਲ ਗਿਆਨ। ਜਦੋਂ ਉਹ ਧਨ ਮਿਲਦਾ ਤੇ ਮਾਇਆ ਮਮਤਾ ਸਾਰੀ ਖਤਮ ਹੋ ਜਾਂਦੀ। ਜੀਵਨ ਦੀ, ਸਰੀਰ ਦੀ ਵੀ ਮਮਤਾ ਮੁੱਕ ਜਾਂਦੀ। ਇਹ ਵੀ ਠੀਕਰਾ ਕਿਸੇ ਦੇ ਸਿਰ ਤੇ ਫੋੜ ਦਿੱਤਾ ਜਾਂਦਾ। ਤੇ ਲੋਭ ਮੋਹ ਇਹ ਪਰਸ ਨਾ ਸਾਕੇ। ਲੋਭ ਨਾਂ ਦੀ ਕੋਈ ਚੀਜ਼ ਨਹੀਂ ਹੈ ਜਿੱਦਣ ਅੰਦਰੋਂ ਧਨ ਮਿਲ ਜਾਂਦਾ ਹੈ। ਲੋਭ ਮੋਹ ਇਹ ਪਰਸ ਨਾ ਸਾਕੇ, ਗਹੀ ਭਗਤ ਭਗਵਾਨ। ਜਨਮ ਜਨਮ ਕਾ ਸੰਸਾ ਚੂਕਾ, ਰਤਨ ਨਾਮ ਜਬ ਪਾਇਆ। ਜਦੋਂ ਰਤਨ ਮੈਨੂੰ ਮਿਲ ਗਿਆ ਆਪਣੇ ਹਿਰਦੇ ਵਿੱਚੋਂ ਹੀ, ਤੇ ਜਨਮ ਜਨਮ ਕਾ ਸੰਸਾ ਚੂਕਾ, ਰਤਨ ਨਾਮ ਜਬ ਪਾਇਆ। ਤ੍ਰਿਸ਼ਨਾ ਸਕਲ ਬਨਾਸੀ ਮਨ ਤੇ, ਨਿਜ ਸੁਖ ਮਾਏ ਸਮਾਇਆ। ਬੰਦਿਆ ਜਿੰਨਾ ਚਿਰ ਤੈਨੂੰ ਉਹ ਅੰਦਰੋਂ ਧਨ ਨਹੀਂ ਨਾ ਮਿਲਦਾ, ਉਹ ਅੰਦਰੋਂ ਨਾਮ ਦਾ ਖਜ਼ਾਨਾ ਨਹੀਂ ਤੈਨੂੰ ਪ੍ਰਾਪਤ ਹੁੰਦਾ, ਤੂੰ ਜੋ ਮਰਜ਼ੀ ਕਰ ਲਾ, ਸ਼ਾਂਤੀ ਨਹੀਂ ਤੈਨੂੰ ਮਿਲਣੀ ਨਾ। ਜਿਹੜਾ ਹੁੰਦਾ ਨਾ, ਕਿਨਕਾ ਇੱਕ ਜਿਸ ਜੀਵ ਸਾਵੇ ਤਾਂ ਕੀ ਮਹਿਮਾ। ਜੇ ਉਹ ਥੋੜਾ ਬਹੁਤਾ ਵੀ ਕੋਈ ਤੂੰ ਰੱਬ ਵਾਲੇ ਪਾਸੇ ਕਦਮ ਪੁੱਟ ਲੈ ਨਾ, ਜਾਂ ਪੁੱਟਣੇ ਸ਼ੁਰੂ ਕਰ ਦੇਵੇ, ਤੇ ਤੈਨੂੰ ਅੱਜ ਹੀ ਸ਼ਾਂਤੀ ਮਿਲ ਜਾਵੇ। ਤੂੰ ਪਦਾਰਥਾਂ ਦੇ ਢੇਰ ਲਾ ਕੇ ਵੇਖਿਆ, ਕੱਖ ਨਹੀਂ ਹੋਇਆ। ਇਹ ਭਟਕਣਾ ਹੀ ਨੇ, ਇਹ ਭਟਕਾਇਆ ਹੀ ਆ ਇਹਨਾਂ ਨੇ। ਤੇ ਮਹਾਰਾਜ ਕਹਿੰਦੇ ਜਿੱਦਨ ਹੱਠ ਮਜਾਹੂ ਮਾਣਕ ਲੱਦਾ, ਮੁੱਲ ਨਾ ਕਿੱਦਾ ਮੈਂ ਕੂ ਸਤਿਗੁਰ ਦਿੱਤਾ। ਤੇ ਹੋਇਆ ਕਿ ਟੂੰਡ ਵਜਾਈ ਮੇਰੀ ਭਟਕਣਾ ਮੁੱਕ ਗਈ। ਥੀਆ ਥਿੱਤਾ ਤੇ ਅੰਦਰ ਬਿਲਕੁਲ ਟਿਕ ਗਿਆ। ਤੇ ਜਨਮ ਪਦਾਰਥ ਨਾਨਕ ਜਿਤਾ। ਆ ਕੀਮਤੀ ਪਦਾਰਥ ਸੀ ਮੇਰੇ ਕੋਲ। ਜਿੱਦਾਂ ਉਹ ਗੁਰੂ ਨਾਨਕ ਸਾਹਿਬ ਨੂੰ ਜਦੋਂ ਸਾਲਸਰਾਏ ਜੋਹਰੀ ਮਿਲਦਾ ਹੈ ਨਾ, ਤੇ ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗਾ, ਸੱਚੇ ਪਾਤਸ਼ਾਹ ਜਿਹੜਾ ਤੁਸੀਂ ਲਾਲ ਲਈ ਫਿਰਦੇ ਹੋ ਨਾ, ਇਹ ਬੜਾ ਹੀ ਕੀਮਤੀ ਆ। ਇਸ ਤੋਂ ਉੱਪਰ ਕੋਈ ਦੁਨੀਆ ਉੱਤੇ ਲਾਲ ਨਹੀਂ ਹੈ। ਪਟਨਾ ਸਾਹਿਬ ਜਿੱਥੇ ਗੁਰੂ ਨਾਨਕ ਸਾਹਿਬ ਬੈਠੇ ਸੀ, ਸਾਲਸਰਾਏ ਜੋਹਰੀ ਆਣ ਕੇ ਕਹਿੰਦਾ ਕਿ ਮਹਾਰਾਜ ਜਿਹੜਾ ਤੁਸੀਂ ਆ ਲਾਲ ਮਰਦਾਨੇ ਦੇ ਕੇ ਮੇਰੇ ਕੋਲ ਭੇਜਿਆ ਸੀ ਨਾ, ਇਹ ਦੁਨੀਆ ਤੇ ਸਭ ਤੋਂ ਕੀਮਤੀ ਲਾਲ ਹੈ, ਇਸ ਤੋਂ ਉੱਪਰ ਕੋਈ ਲਾਲ ਨਹੀਂ ਹੈ। ਸਾਹਿਬ ਕਹਿਣ ਲੱਗੇ, ਨਹੀਂ ਸਾਲਸਰਾਏ ਜੀ, ਕੋਈ ਇਸ ਤੋਂ ਵੀ ਉੱਪਰ ਕੀਮਤੀ ਹੈ ਲਾਲ। ਕਹਿਣ ਲੱਗੇ, ਮੈਂ ਇਸ ਸ਼ਹਿਰ ਦਾ ਸਭ ਤੋਂ ਵੱਡਾ ਜੌਹਰੀ ਹਾਂ, ਮੈਨੂੰ ਪਰਖਾ ਲਾਲਾਂ ਦੀ, ਮਾਣਕਾਂ ਦੀ, ਇਸ ਤੋਂ ਉੱਪਰ ਕੋਈ ਲਾਲ ਨਹੀਂ ਹੈ ਕੀਮਤੀ। ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਨਾ ਭਾਈ, ਅਸੀਂ ਵੀ ਜੌਹਰੀ ਹਾਂ। ਜੇ ਤੂੰ ਜੌਹਰੀ ਆ ਨਾ, ਤੇ ਅਸੀਂ ਵੀ ਜੌਹਰੀ ਹਾਂ, ਸਾਨੂੰ ਵੀ ਪਤਾ ਇਸ ਤੋਂ ਉੱਪਰ ਵੀ ਕੋਈ ਲਾਲ ਹੈਗਾ। ਕਹਿਣ ਲੱਗੇ, ਮੈਂ ਨਹੀਂ ਮੰਨਦਾ। ਕਿਉਂ? ਮੈਂ ਬਹੁਤ ਵੱਡਾ ਜੌਹਰੀ ਹਾਂ ਤੇ ਮੈਨੂੰ ਪਰਖਾ ਲਾਲਾਂ ਦੀ। ਸਾਹਿਬ ਕਹਿਣ ਲੱਗੇ, ਜੇ ਤੂੰ ਜੌਹਰੀ ਆ ਨਾ, ਅਸੀਂ ਵੀ ਜੌਹਰੀ ਹਾਂ, ਪਰ ਇਸ ਤੋਂ ਵੀ ਉੱਪਰ ਕੋਈ ਲਾਲ ਹੈ। ਸਾਲਸਰਾਏ ਕਹਿਣ ਲੱਗਾ, ਸੱਚੇ ਪਾਤਸ਼ਾਹ ਕਿਹੜਾ?
ਕਹਿਣ ਲੱਗੇ ਹਾਂ ਜਿਹੜਾ ਤੈਨੂੰ ਰੱਬ ਨੇ ਕੀਮਤੀ ਜਨਮ ਦਿੱਤਾ ਈ, ਇਸ ਤੋਂ ਉੱਪਰ ਕੋਈ ਲਾਲ ਨਹੀਂ ਹੋ। ਇਸ ਲਾਲ ਦੇ ਵੱਟੇ ਤੂੰ ਖਰੀਦਣ ਵਾਸਤੇ ਜਦੋਂ ਹਜ਼ਾਰਾਂ ਵੀ ਲਾਲ ਦੇ ਦੇ ਤਾਂ ਵੀ ਨਹੀਂ ਉਹ ਮਿਲਦਾ। ਤੇ ਹੱਠ ਬੋਲਣਾ ਕਿੱਦਾਂ ਮੈਂ ਕੁਛ ਸਤਿਗੁਰ ਦਿੱਤਾ। ਅਖੀਰ ਤੇ ਮਰ ਗਏ ਜਨਮ ਪਦਾਰਥ ਨਾਨਕ ਜਿੱਤਾ। ਜਦੋਂ ਕੋਈ ਬੰਦਾ ਅੰਮ੍ਰਿਤ ਵੇਲੇ ਸ਼ਾਂਤ ਚਿੱਤ ਹੋ ਕੇ ਇਕਾਗਰ ਹੋ ਕੇ ਰੱਬ ਰੱਬ ਕਰਦਾ ਨਾ, ਫਿਰ ਅੰਦਰੋਂ ਲਾਲ ਲੱਭਦਾ ਉਸ ਨੂੰ। ਉਹ ਕਬੀਰ ਨੂੰ ਲੱਭ ਗਿਆ, ਭਗਤ ਰਵਿਦਾਸ ਜੀ ਨੂੰ ਲੱਭ ਗਿਆ। ਧੰਨੇ ਭਗਤ ਨੇ ਕਿਹਾ ਮੈਨੂੰ ਵੀ ਲੱਭ ਗਿਆ। ਧੰਨੇ ਧਨ ਪਾਇਆ ਧਰਨੀ ਤਰ। ਉਹ ਧਨ ਨਹੀਂ ਆ ਜਿਹੜਾ ਕਹਿੰਦੇ ਨਾ ਵੀ ਉਹ ਧਨ ਨਹੀਂ ਗਾ। ਵੈਸੇ ਉਹ ਪਤਾ ਧਨ ਦੀ ਕਿਉਂ ਉਦਾਹਰਨ ਦਿੱਤੀ ਜਾਂਦੀ, ਮਨੁੱਖ ਨੂੰ ਧਨ ਦਾ ਪਤਾ ਵੈ। ਤੇ ਭਗਤਾਂ ਨੇ ਆਖਿਆ ਵੀ ਉਹ ਵੀ ਕੀਮਤੀ ਧਨ, ਹਾਲਾਂਕਿ ਉਹ ਧਨ ਕੋਈ ਨਹੀਂ ਆ। ਉਹ ਨਾ ਧਨ ਨਹੀਂ ਹੈ। ਉਹ ਧੰਨਾ ਜੀ ਕਹਿੰਦੇ ਨੇ ਧੰਨੇ ਧਨ ਪਾਇਆ ਧਰਨੀ ਤਰ, ਮਿਲ ਜਨ ਸੰਤ ਸਮਾਨਿਆ। ਮੈਂ ਸੰਤਾਂ ਨਾਲ ਮਿਲ ਕੇ ਉਸ ਅਬਨਾਸੀ ਧਨ ਨੂੰ ਪ੍ਰਾਪਤ ਕਰ ਲਿਆ। ਜਿਹਨੂੰ ਭਗਤ ਮਾਫ ਕਰਨਾ, ਜਿਹਨੂੰ ਭਾਈ ਨੰਦ ਲਾਲ ਜੀ ਕਹਿੰਦੇ ਨੇ ਦੌਲਤੇ ਜਵੇਦ ਬਾਸ਼ਤ ਬੰਦਗੀ ਕੁਨ ਬੰਦਗੀ ਕੁਨ ਬੰਦਗੀ। ਬੰਦਿਆ ਰੱਬ ਦੀ ਬੰਦਗੀ ਸਭ ਤੋਂ ਉੱਚੀ ਤੇ ਸੁੱਚੀ ਦੌਲਤ ਹੈ। ਇਹ ਜਿਹੜਾ ਤੇਰੇ ਹਿਰਦੇ 'ਚ ਰੱਬ ਦਾ ਨਾਮ ਹੈ ਨਾ, ਇਹਨੂੰ ਪ੍ਰਗਟ ਕਰ। ਇਹ ਸਭ ਤੋਂ ਕੀਮਤੀ ਚੀਜ਼ ਹੈ, ਇਸ ਤੋਂ ਉੱਪਰ ਕੁਛ ਨਹੀਂ ਹੈ। ਤੇ ਜਿਹਨੂੰ ਮਿਲ ਜਾਂਦਾ ਫਿਰ ਉਹ ਸ਼ਾਂਤ ਚਿੱਤ ਹੋ ਕੇ ਟਿਕ ਜਾਂਦੇ। ਉਹਨਾਂ ਦੀ ਸਾਰੀ ਭਟਕਣਾ ਥੀਆ ਥਿੱਤਾ ਟੂੰਡ ਵਜਾਈ, ਭਟਕਣਾ ਮੁੱਕ ਜਾਂਦੀ ਤੇ ਅੰਦਰੋਂ ਬੰਦਾ ਟਿਕ ਜਾਂਦਾ। ਇੱਕ ਹੋਰ ਗੱਲ ਕਹਿ ਕੇ ਮੈਂ ਹੁਣ ਸਮਾਪਤੀ ਵਾਲੇ ਪਾਸੇ ਆਵਾਂ, ਕਿਉਂਕਿ ਅੱਜ ਬੜਾ ਨਾਸਤਿਕਤਾ ਦਾ ਜ਼ੋਰ ਹੈ। ਮੈਂ ਕੱਲ੍ਹ ਵੀ ਸੁਣ ਰਿਹਾ ਸੀ ਕਿਸੇ ਨੂੰ, ਐ ਜੀ ਸਤਿਗੁਰੂ ਹੋਏ ਦਿਆਲ, ਇਹ ਮਨ ਤੁਹਾਡਾ ਦਿਆਲ ਹੋ ਗਿਆ ਤਾਂ ਸਭ ਕੁਝ ਹੋ ਜਾਣਾ। ਕਿਆ ਬਾਤ, ਤੁਸੀਂ ਗੁਰੂ ਨੂੰ ਵੀ ਪਿੱਠ ਦੇ ਛੱਡੀ। ਪਹਿਲਾਂ ਤਾਂ ਤੁਸੀਂ ਧਰਮ ਗ੍ਰੰਥਾਂ ਨੂੰ ਪਿੱਠ ਦਿੱਤੀ, ਅਸੀਂ ਮੰਨ ਗਏ। ਹੁਣ ਤੁਸੀਂ ਗੁਰੂ ਨੂੰ ਵੀ ਪਿੱਠ ਦੇ ਕੇ ਕੁਛ ਕਰਨਾ ਚਾਹੁੰਦੇ ਹੋ। ਸਾਹਿਬ ਨੇ ਕਿਹਾ ਬਾਣੀ 'ਚ, ਜਿਨ ਗੁਰ ਗੋਪਿਆ ਆਪਣਾ ਤੇ ਨਰ ਬੁਰਿਆਰੀ, ਤਿਨ ਕਾ ਦਰਸ਼ਨ ਮਤ ਕਰੋ। ਹਰ ਜਿਉ ਤਿਨ ਕਾ ਦਰਸ਼ਨ ਮਤ ਕਰੋ, ਪਾਪ ਪਿਸ਼ਟ ਹਤਿਆਰੀ। ਜਿਹੜਾ ਆਪਣੇ ਗੁਰੂ ਨੂੰ ਵਿਸਾਰ ਦਿੰਦਾ ਹੈ, ਉਹ ਭਾਵੇਂ ਗੁਣੀ ਗਿਆਨੀ ਕਥਾ ਵੱਜ ਕੋਈ ਵੀ ਹੋਵੇ, ਜਿਹੜਾ ਗੁਰੂ ਨੂੰ ਪਿੱਠ ਦੇ ਦਿੰਦਾ, ਸਾਹਿਬ ਕਹਿੰਦੇ ਉਹਦੇ ਮੱਥੇ ਨਹੀਂ ਲੱਗਣਾ। ਜਿਨ ਗੁਰ ਗੋਪਿਆ, ਗੋਪਿਆ ਮੈਨੇ ਗੁਪਤ ਕਰਨਾ, ਪਰੇ ਕਰ ਦੇਣਾ, ਕਹਿਣਾ ਦਿਮਾਗ ਹੀ ਸਭ ਕੁਛ ਹੈ। ਜੇ ਸਤਿਗੁਰੂ ਇਹ ਦਿਆਲ ਹੈ, ਦਿਮਾਗ ਦਿਆਲ ਹੋ ਜਾਂਦਾ ਹੈ। ਕਿਆਸੀਆਂ ਬਾਤਾਂ। ਇਹ ਨਾਸਤਕਤਾ ਦੀ ਸਿਖਰ ਹੋ ਗਈ। ਤੇ ਕਿਸੇ ਸਿਆਣੇ ਨੇ ਕਿਹਾ ਸੀ, ਅੱਤ ਨਾ ਹੋਏ ਮੇਘਲਾ ਅੱਤ ਨਾ ਹੋਵੇ ਸੁੱਕ। ਕਹਿੰਦੇ ਬਹੁਤਾ ਮੀਂਹ ਨਹੀਂ ਪੈਣਾ ਚਾਹੀਦਾ। ਅੱਤ ਨਾ ਹੋਵੇ ਮੇਘਲਾ, ਮੀਂਹ ਬਹੁਤਾ ਨਹੀਂ ਪੈਣਾ ਚਾਹੀਦਾ। ਤੇ ਅੱਤ ਨਾ ਹੋਵੇ ਸੁੱਕ, ਤੇ ਸੋਕਾ ਵੀ ਨਹੀਂ ਪੈਣਾ ਚਾਹੀਦਾ। ਤੇ ਨਾ ਬਹੁਤਾ ਮੀਂਹ ਪੈਣਾ ਚਾਹੀਦਾ। ਅੱਤ ਨਾ ਬੋਲਣ ਚੰਗਾ, ਅੱਤ ਨਾ ਹੋਵੇ ਬੋਲਣਾ, ਬਹੁਤਾ ਵੀ ਨਹੀਂ ਬੋਲਣਾ ਚਾਹੀਦਾ। ਤੇ ਅੱਤ ਨਾ ਹੋਵੇ ਚੁੱਪ, ਤੇ ਚੁੱਪ ਦੀ ਵੀ ਨਹੀਂ ਅੱਤ ਕਰਾਉਣੀ ਚਾਹੀਦੀ, ਬੋਲ ਵੀ ਪੈਣਾ ਚਾਹੀਦਾ। ਤੇ ਬਹੁਤਾ ਬੋਲਣਾ ਨਹੀਂ ਚਾਹੀਦਾ। ਤੇ ਜਿੱਧਰ ਨੂੰ ਇਹ ਤੁਰ ਪਿਆ ਨਾਸਤਿਕਪੁਣਾ, ਇਹਦਾ ਬਹੁਤ ਮਾੜਾ ਰਿਜ਼ਲਟ ਨਿਕਲਣਾ ਹੈ। ਸਾਹਿਬ ਕਿਰਪਾ ਕਰਨ। ਤਾਂ ਮਹਾਰਾਜ ਕਹਿੰਦੇ ਆ ਭਾਈ, ਉਹ ਫਿਰ ਮੈਂ ਹੁਣ ਗੱਲ ਕਿ ਸਮਾਪਤੀ ਕਰਾਂ ਵੀ ਜਦੋਂ ਬੰਦਾ ਸ਼ਾਂਤ ਚਿੱਤ ਹੋ ਕੇ ਇਕਾਂਤ ਜਗ੍ਹਾ 'ਤੇ ਰੱਬ ਦੀ ਖੋਜ ਕਰਦਾ ਹੈ, ਕਿਤਾਬਾਂ 'ਚੋਂ ਨਹੀਂ। ਬੰਦੇ ਖੋਜ ਕਿੱਥੋਂ ਖੋਜੀਏ? ਜਿੱਥੋਂ ਕਬੀਰ ਨੇ ਖੋਜਿਆ, ਜਿੱਥੋਂ ਰਵਿਦਾਸ ਨੇ ਖੋਜਿਆ, ਜਿੱਥੋਂ ਧੰਨੇ ਭਗਤ ਨੇ ਖੋਜਿਆ। ਕਿੱਥੋਂ ਖੋਜਿਆ? ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਬੰਦਿਆ ਤੂੰ ਆਪਣੇ ਦਿਲ ਨੂੰ ਖੋਜ ਕੇ ਵੇਖ ਲਾ, ਕਿਤਾਬਾਂ ਨਾ ਖੋਜ, ਧਰਮ ਸਥਾਨਾਂ ਤੇ ਨਾ ਭੀੜ ਪਾ, ਤੂੰ ਆਪਣੇ ਅੰਦਰੋਂ ਲੱਭ ਲੈ। ਉਹ ਭਾਈ ਨੰਦ ਲਾਲ ਨੇ ਕਿਹਾ ਨਾ, ਦਿਲ ਅਗਰ ਦਾਨਾ ਬਵਦ ਅੰਦਰ ਕਿਨਾਰ ਸਾ ਜਾਰ ਅਸਤ। ਜੇ ਤੂੰ ਬੰਦਿਆ ਆਪਣੇ ਮਨ ਨੂੰ ਖੋਜ ਲਵੇ, ਦਿਲ ਨੂੰ ਖੋਜ ਲਵੇ, ਤੇ ਉਹ ਯਾਰ ਤੇਰਾ ਅੰਦਰੋਂ ਹੀ ਤੈਨੂੰ ਮਿਲੇਗਾ। ਤੇ ਹੁਣ ਮੈਂ ਉੱਥੇ ਆਵਾਂ, ਸਾਹਿਬ ਕਹਿੰਦੇ ਮਨ ਖੋਜ ਮਾਰਗ, ਧਿਆਨੀ ਧਿਆਨ ਲਾਵੇ, ਗਿਆਨੀ ਗਿਆਨ ਕਮਾਵੇ। ਤੇ ਗੁਰਮਤਿ ਕੀ ਕਹਿੰਦੀ ਆ,
खोजत खोजत सुनिए सोए, खोजत खोजत सुनिए सोए। गुरु अर्जन देव जी कहते मैं खोज करद्या एक नुकते ते पहुंचिया, पता लग गया। की पता लगा? खोजत खोजत सुनिए सोए, साध संगत बिन तरयो ना कोए। एक गुरु की साध संगत विच बैठ के रब नूं जपण तो बिना होर कोई धर्म का कर्म कांड नहीं सिੱਖੀ च प्रवान। बस जपो तो एको नाम, अवर निराफल कामा। साहब ने कह दिता, अवर करतूत सगली जमडाने, गोबिंद भजन बिल तिन नहीं माने। रब नूं विसार के कोई इधर उधर करदा फिरे प्रवान नहीं है। ना ना, रब दा कल में कीर्तन हर नामा, जुग जुग आपू अपना धर्म है, खोज देखो वेद पुराना। सत जुग सत त्रेता जगी, द्वापर पूजा चार, तीनों जुग तीनों दृढ़े किल कल केवल नाम उधार। सिख कौम थोड़ी जी राह तो लथी हुई है, इधर लंगरां लंगरां वारसी बहुती पै गई। की हो गया? लोगों दी भड़ोलियां भरियां पईयां ने, आटा हैगा, सब कुछ हैगा, की हो गया है? हाहाकार क्यों नहीं मच गई है? कोई घर टठ गए ने, कोई हड़ आ गया, सब कुछ लोगों के घरों च पिया होया वा, ते इन्नी हाहाकार क्यों मच गई है? पता नहीं की हो गया। कोई सबर संतोख भी तो जिंदगी चाहिए ही है ना भाई। वो पुरातन साडे बजुर्गों के कोल कई महीने कणकां नहीं हुंदियां, गुड़ गड़ खा के उन्होंने रोह पी के सत्तू पी के गुजारे करने, ते हुण ते भड़ोलियां भरियां पईयां। सरकार पिछले मार्च महीने 3-3 क्विंटल हर घर नूं कणक दित्ती गरीबां नूं, वो घरे पई आ, ते हाहाकार मची हुई है, मर गए भुखे मर गए, भुखे मर गए। ना 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 ना, ये तां ही हो रहा भाई, ये सबर संतोख दुनिया तो मुक गया। साहब कहते जपो तां एको नामा, सिखा तू बहुते पंगे ना लै, रब दा नाम जपिया कर। ये जेड़े तू पंगे लैंदे फिरदा, ये कलयुग इन्हां च कोई कीमत नहीं है। अवर करतूत सगली जमडाने, गोबिंद भजन मिल तिन नहीं माने। जपो तां एको नामा, जुग जुग आपो अपना धर्म है। कोई समा सी जदों लोकी लंगर ला के जग ला के तर गए, हुण नहीं तरिया जाना। सत जुग सत त्रेता जगी, द्वापर पूजा चार, तीनों जुग तीनों दृढ़े कल केवल नामदार। इस करके मार कहंदे भाई, मन मध्य प्रभ अवगाहियां। जे तू रब नूं खोजना चाहना, अज दा साडा विशा सी रब नूं कित्थों मिलीए ते किवें खोजीए। रब अज तक बाहरों नहीं किसी नूं मिलिया ते ना मिलना। ये बाणी ने मोहर ला दित्ती है। फरीदा जंगल जंगल क्या पाने, वन कंडा मूढ़े, वसी रब हयालीए, जंगल क्या टूंडे। बाहरों नहीं मिलना। साहब ने कहा बाहर टूंडन ते छूट परे, गुर कर ही महें दिखाया था। गुरु ने कहा सिखा बाहरों ना लभी, उन्होंने अंदरों लभी, मन दे विचों लभी। जिन्ना चिर सिख धर्म अंदरों लभदा गया तो धर्म वधदा गया, तो जिदन डंडे फड़ के सड़कों ते आ गए, फिर साडा विकास रुक गया धर्म का। ये डंडे फड़ना कोई धर्म का विकास नहीं हुंदा, ना ना ना। तो साहब किरपा करन महाराज कहंदे भाई, जदों बंदा खोजदा ना, फिर अंदरों तुरिया जांदा, फिर इनू अंतर वरते ठंड प्रभ चित आया, फिर अंदरों बंदा ठंडा हुंदा जांदा है, अंदर ठंड वरतदी जांदी है। तो फिर खोजदे बंदा फिर इत्थों तक कई चल जाते हैं। मैं अगे भी कहना ना, एक गल मैं कह दिया, हुण अगर इस धरती दे उत्ते 100 बंदे रब तक पहुँच जाण, ये गल बड़ी नुकते दी आ। अगर इस धरती दे उत्ते 100 बंदे, मैं कह रहा है नहीं, इन्ने हुंदे नहीं है, एक अद्धा ही हुंदा धरती तो जिहड़ा रब तक जांदा है, सारे नहीं जा सकते। हुण ते जरा खणा थां थां ते संत सभाई ब्रह्म ज्ञानी बने फिरदे ने, बथेरे ने।
ਅਗਰ 100 ਬੰਦਾ ਇਸ ਧਰਤੀ ਦਾ ਰੱਬ ਤੱਕ ਪਹੁੰਚ ਗਿਆ, ਉਹਨਾਂ 100 ਦੇ ਵਿੱਚੋਂ 98 ਮੁੜ ਕੇ ਬੋਲੇ ਨਹੀਂ ਹੈ, ਚੁੱਪ ਹੋ ਗਏ। ਉੱਥੋਂ ਹੀ ਮੌਨ ਸ਼ਬਦ ਦਾ ਜਨਮ ਹੋਇਆ ਹੈ। ਕਿਉਂ? ਜਿਸ ਤਰ੍ਹਾਂ ਮਨ ਨੂੰ ਚੁੱਪ ਕਰਾਉਣਾ ਸਭ ਤੋਂ ਔਖਾ ਕੰਮ ਹੈ। ਇਹ ਤਾਂ ਤੁਸੀਂ ਵੇਖ ਲਿਆ ਨਾ ਥੋੜ੍ਹੇ ਦਿਨ ਘਰਾਂ 'ਚ ਰਹਿ ਕੇ ਵੀ ਕੀ ਕਰਦਾ ਹੈ। ਪੱਗਾਂ ਬਿਨ ਹੁਰੀਆਂ ਮਾਰਦਾ, ਇਹਦੀਆਂ ਲੱਤਾਂ ਕੋਈ ਨਹੀਂ ਪਰ ਬਹੁਤ ਨੱਚੀ ਟੱਪੀ ਜਾਂਦਾ ਅੰਦਰ ਬੈਠਾ ਹੀ। ਪੱਗਾਂ ਬਿਨ ਹੁਰੀਆਂ ਮਾਰਦਾ, ਬਿਨ ਬਦਰੇ ਖਿਰ ਖਿਰ ਹਾਸਤਾ। ਮੂੰਹ ਇਹਦਾ ਕੋਈ ਨਹੀਂ ਗਾ ਮੰਨਦਾ, ਪਰ ਹੱਸੀ ਜਾਂਦਾ, ਰੋਈ ਜਾਂਦਾ, ਹੱਸੀ ਜਾਂਦਾ, ਨੱਚੀ ਜਾਂਦਾ, ਟੱਪੀ ਜਾਂਦਾ, ਇੱਦਾਂ ਹੀ ਕਰੀ ਜਾਂਦਾ। ਪੱਗਾਂ ਬਿਨ ਹੁਰੀਆਂ ਬਾ ਮਾਰਦਾ, ਬਿਨ ਬਦਰੇ ਖਿਰ ਖਿਰ ਹਾਸਤਾ। ਪੈਂਡੇ ਬਿਨ ਬਾਟ ਕਨੇਰੀ, ਕੋਈ ਰਾਹ ਨਹੀਂ ਬਣਿਆ ਜਿੱਤੇ ਮਨ ਚੱਲ ਸਕੇ। ਪਰ ਇਹ ਪਤਾ ਨਹੀਂ ਕਿੱਥੋਂ ਰਾਹ ਲੱਭ ਲੈਂਦਾ, ਕਿੱਧਰ ਨੂੰ ਦੌੜ ਜਾਂਦਾ। ਕਬੀਰ ਮਨ ਪੰਖੀ ਪਿਓ ਉੱਡ ਉੱਡ ਦੈਦ ਸਜਾਵੇ, ਜੋ ਜੈਸੀ ਸੰਗਤ ਮਿਲੇ ਤੈਸੋ ਹੀ ਫਲ ਖਾਵੇ। ਇਹ ਪਤਾ ਨਹੀਂ ਕਿਹੜਿਆਂ ਕਿਹੜਿਆਂ ਫਲਾਂ ਤੋਂ ਖਾਉਂਦਾ ਦਿਹਾੜੀ ਦਾ, ਕਿਹੜੇ ਕਿਹੜੇ ਰੁੱਖਾਂ 'ਤੇ ਜਾਂਦਾ। ਮੈਂ ਕਹਿ ਰਿਹਾ ਸੀ ਜਿਸ ਤਰ੍ਹਾਂ ਮਨ ਨੂੰ ਚੁੱਪ ਕਰਾਉਣਾ ਹੁੰਦਾ ਨਹੀਂ ਹੈ। ਆਹ ਸਾਡੇ ਗੁਣੀ ਗਿਆਨੀ ਚੁੱਪ ਨਹੀਂ ਹੈ, ਇਹ ਅੰਦਰੋਂ ਬੋਲਦੇ ਨੇ। ਅਤੇ ਬਾਬਾ ਅਤਰ ਸਿੰਘ ਜੀ ਹੁਣੀ ਕਹਿੰਦੇ ਹੁੰਦੇ ਸੀ, ਜਿੰਨਾ ਚਿਰ ਮਨ ਚੁੱਪ ਨਾ ਕਰੇ ਉਹਨਾਂ ਚਿਰ ਕਥਾ ਨਹੀਂ ਕਰਨੀ ਚਾਹੀਦੀ। ਤੁਹਾਡਾ ਤੇ ਆਪਣਾ ਹੀ ਬੋਲ ਰਿਹਾ ਮਨ, ਅਤੇ ਸੁਣਨ ਵਾਲੇ ਵੀ ਇੱਕ ਮਿੰਟ ਸੁਣਨ ਵਾਲੇ ਦਾ ਵੀ ਬੋਲੀ ਜਾਂਦਾ। ਨਾ ਤਾਂ ਸੁਣਾਉਣ ਵਾਲੇ ਦਾ ਮਨ ਬੋਲਦਾ ਹੋਵੇ ਅਤੇ ਨਾ ਸੁਣਨ ਵਾਲੇ ਦਾ ਹੀ ਮਨ ਬੋਲਦਾ ਹੋਵੇ। ਉਹ ਕਥਾ ਵਾ, ਅਸਲੀ ਕਥਾ ਉਹ ਆ, ਨਾ ਸੁਣਨ ਵਾਲੇ ਦਾ ਬੋਲੇ ਮਨ ਅਤੇ ਨਾ ਸੁਣਾਉਣ ਵਾਲੇ ਦਾ ਹੀ। ਮੁਗਧ ਹੋ ਕੇ ਅੰਦਰ ਧਿਆਨ ਹੋ ਕੇ ਕਥਾ ਕਰੇ। ਮੈਂ ਕਹਿ ਰਿਹਾ ਸੀ ਵੀ ਅਗਰ 100 ਬੰਦਾ ਵੀ ਪਰਮਾਤਮਾ ਤੱਕ ਪਹੁੰਚ ਗਿਆ ਇਸ ਧਰਤੀ ਤੋਂ, ਅਤੇ ਮੁੜ ਕੇ ਉਹਨਾਂ 100 ਵਿੱਚੋਂ 99 ਨਹੀਂ ਬੋਲੇ। ਕਾਰਨ ਜਿੱਥੇ ਮਨ ਨੂੰ ਚੁੱਪ ਕਰਾਉਣਾ ਸਭ ਤੋਂ ਔਖਾ ਕੰਮ ਹੈ ਧਰਤੀ 'ਤੇ, ਅਤੇ ਜਿੱਦਣ ਇਹ ਚੁੱਪ ਹੋ ਜਾਂਦਾ ਹੈ ਨਾ, ਅਬਲ ਤਾਂ ਹੁੰਦਾ ਨਹੀਂ ਹੈ। ਸਾਹਿਬ ਨੇ ਕਿਹਾ ਨਾ ਕਿ ਮਨ ਵਸ ਆਵੇ ਨਾਨਕਾ, ਜੇ ਪੂਰਨ ਕਿਰਪਾ ਹੋਏ। ਮਨ ਤਾਂ ਵਸ ਆਉਂਦਾ ਜੇ ਰੱਬ ਦੀ ਕਿਰਪਾ ਹੋਵੇ। ਅਤੇ ਜਿੱਦਣ ਇਹ ਚੁੱਪ ਕਰ ਜਾਂਦਾ ਹੈ ਨਾ, ਜਿਸ ਤਰ੍ਹਾਂ ਇਹਨੂੰ ਚੁੱਪ ਕਰਾਉਣਾ ਸਭ ਤੋਂ ਔਖਾ ਕੰਮ ਹੈ ਨਾ, ਇਸੇ ਤਰ੍ਹਾਂ ਜਦੋਂ ਇਹ ਚੁੱਪ ਕਰ ਜਾਂਦਾ ਫਿਰ ਇਸ ਨੂੰ ਬੁਲਾਉਣਾ ਬੜਾ ਔਖਾ ਵਾ। ਚੁੱਪ ਨਾਲੋਂ ਵੀ ਮੁੜ ਕੇ ਬੁਲਾਉਣਾ ਬਹੁਤ ਔਖਾ ਵਾ। ਗੁਰੂ ਅਰਜਨ ਦੇਵ ਜੀ ਦੇ ਕੋਲ ਇੱਕ ਭਗਤ ਆਇਆ, ਅਤੇ ਉਹਨੇ ਸੱਚੇ ਪਾਤਸ਼ਾਹ ਕਹਿਣ ਲੱਗੇ ਗੁਰੂ ਅਰਜਨ ਦੇਵ ਜੀ ਉਸ ਭਗਤ ਨੂੰ, ਸੂਰਦਾਸ ਜੀ ਨੂੰ, ਕਿ ਤੁਸੀਂ ਕੋਈ ਆਪਣੀ ਬਾਣੀ ਲਿਖਾ ਲਓ। ਅਸੀਂ ਗ੍ਰੰਥ ਦੀ ਰਚਨਾ ਕਰ ਰਹੇ ਹਾਂ, ਪੋਥੀ ਸਾਹਿਬ ਦੀ। ਰਾਮਸਰ ਦੀ ਧਰਤੀ ਦੇ ਗੁਰੂ ਅਰਜਨ ਦੇਵ ਜੀ ਬੈਠੇ ਹੋਏ ਨੇ, ਅਤੇ ਭਗਤ ਸੂਰਦਾਸ ਜੀ ਆ ਗਏ। ਕਹਿਣ ਲੱਗੇ, ਭਗਤ ਜੀ ਤੁਸੀਂ ਰੱਬ ਦੇ ਪਿਆਰੇ ਹੋ, ਅਤੇ ਅਸੀਂ ਆਹ ਜਿਹੜੀ ਗ੍ਰੰਥ ਪੋਥੀ ਸਾਹਿਬ ਦੀ ਰਚਨਾ ਕਰ ਰਹੇ ਹਾਂ ਨਾ, ਇਹ ਰੱਬ ਦੇ ਪਿਆਰਿਆਂ ਦੀ ਆ। ਇਹ ਕੋਈ ਸਿਆਸੀ ਲੋਕਾਂ ਦੇ ਭਾਸ਼ਣ ਨਹੀਂ ਹੈ, ਇਹ ਦੁਨੀਆਦਾਰਕ ਦਾ ਝੂਠ ਸੱਚ ਨਹੀਂ ਹੈ। ਇਹ ਤੁਰਕੀ ਬਾਣੀ ਆ, ਰੱਬ ਦੇ ਪਿਆਰਿਆਂ ਦੀ ਬਾਣੀ ਹੈ, ਗੁਰੂ ਕੀ ਬਾਣੀ। ਅਤੇ ਤੁਸੀਂ ਵੀ 2 ਅੱਖਰ ਕੋਈ ਆਪਣੇ ਲਿਖਾ ਲਓ। ਕਿਉਂਕਿ ਗੁਰੂ ਅਰਜਨ ਦੇਵ ਨੇ ਜਦੋਂ ਬਾਣੀ ਦੀ ਰਚਨਾ ਕੀਤੀ, ਕੋਈ ਜਾਤ ਪਾਤ ਧਰਮ ਨਹੀਂ ਵੇਖਿਆ, ਸਿਰਫ ਵੇਖਿਆ ਤੇ ਰੱਬ ਦੇ ਪਿਆਰੇ ਵੇਖੇ ਵੀ ਕਿਹੜਾ ਉਹ ਚਮਿਆਰ ਜਾਤ 'ਚੋਂ ਭਗਤ ਰਵਿਦਾਸ ਜੀ ਸੀ ਜਾਂ ਕਬੀਰ ਜਲਾਏ ਸਨ, ਕੋਈ ਵੀ ਸਨ, ਸਦਨਾ ਕਸਾਈ ਸੀ, ਪਰ ਰੱਬ ਦੀ ਜਾਤ ਨਹੀਂ, ਰੱਬ ਦੇ ਪਿਆਰੇ ਦੀ ਜਾਤ ਨਹੀਂ ਕੋਈ ਹੁੰਦੀ, ਸਿਰਫ ਪਿਆਰ ਹੁੰਦਾ ਉਹਨਾਂ ਅੰਦਰ। ਮੈਂ ਕਹਿ ਰਿਹਾ ਸੀ ਵੀ ਜਦੋਂ ਮਨ ਚੁੱਪ ਕਰ ਜਾਂਦਾ ਹੈ, ਇਹ ਮੈਂ ਗੱਲ ਪਤੇ ਦੀ ਕਹਿ ਰਿਹਾ, ਐਸਾ ਹੁੰਦਾ ਨਹੀਂ ਹੈ। ਮੈਂ 2-4 ਸਾਧੂ ਜ਼ਿੰਦਗੀ 'ਚ ਵੇਖੇ ਜਿਹੜੇ ਚੁੱਪ ਕਰਕੇ ਮੁੜ ਕੇ ਬੋਲੇ ਨਹੀਂ ਹੈ ਉਹ। ਅਤੇ ਆ ਜਿਹੜੇ ਸਟੇਜਾਂ 'ਤੇ ਬੋਲਦੇ ਨਾ ਸਾਡੇ ਗੁਣੀ ਗਿਆਨੀ, ਇਹਨਾਂ ਕੋ ਗਿਆਨ ਹੈ ਨਹੀਂ ਗਾ, ਇਹਨਾਂ ਕਿਤਾਬਾਂ ਪੜ੍ਹੀਆਂ ਵਾ। ਉਹ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ, ਭਗਤ ਜੀ ਤੁਸੀਂ ਆਏ ਹੋ ਅਤੇ ਇੱਥੇ ਰੱਬ ਦੇ ਪਿਆਰਿਆਂ ਦੀ ਬਾਣੀ ਅਸੀਂ ਰਚ ਰਹੇ, ਅਤੇ ਤੁਸੀਂ ਵੀ 2 ਅੱਖਰ ਲਿਖਾ ਲਓ ਕੋਈ ਆਪਣੇ। ਅਤੇ ਭਗਤ ਸੂਰਦਾਸ ਜੀ ਬੈਠ ਗਏ ਚੌਂਕੜਾ ਮਾਰ ਕੇ, ਅਤੇ ਤੁਕ ਉਚਾਰਨ ਕੀਤੀ, ਛਾੜ ਰੇ ਮਨ ਹਰ ਬੇਮੁਖਣ ਕੋ ਸੰਗ। ਇੰਨੀ ਤੁਕ ਉਚਾਰਨ ਕੀਤੀ ਭਗਤ ਸੂਰਦਾਸ ਜੀ ਨੇ, ਅਤੇ ਭਾਈ ਗੁਰਦਾਸ ਜੀ ਨੇ ਲਿਖ ਦਿੱਤੀ। ਅਤੇ ਜਦੋਂ ਇੰਨੀ ਉਚਾਰਨ ਕੀਤੀ ਅਤੇ ਸੂਰਦਾਸ ਦੀ ਸਮਾਧੀ ਲੱਗ ਗਈ, ਚੁੱਪ, ਲੋਕਡਾਊਨ ਹੋ ਗਿਆ, ਇਹੋ ਕਹਿ ਲਓ। ਆਹ ਵੇਖੋ ਹੁਣ ਘਰਾਂ 'ਚ ਵਾੜਨ ਵਾਸਤੇ ਪੁਲਿਸ ਨੂੰ ਡੰਡਾ ਫੇਰਨਾ ਪੈ ਗਿਆ ਸਾਨੂੰ। ਉਹ ਫਿਰ ਗੁਰੂ ਅਰਜਨ ਦੇਵ ਨੇ ਜਦੋਂ ਕਿਹਾ ਨਾ ਵੀ ਤੁਸੀਂ 2 ਅੱਖਰ ਲਿਖਾ ਲਓ ਆਪਣੇ,
ਤੇ ਉਹਨੇ ਇੱਕ ਤੁਕ ਚਾਰਨ ਕੀਤੀ ਤੇ ਮਨ ਸਮਾਧੀ 'ਚ ਚਲ ਗਿਆ। ਮੁੜ ਕੇ ਸੂਰਦਾਸ ਜੀ ਬੋਲੇ ਨਹੀਂ ਹੈ। ਇਹਨੂੰ ਕਹਿੰਦੇ ਨੇ ਜਿਹੜੇ ਖੋਜਣ ਗਏ ਸੀ। ਆਖਰੀ ਗੱਲ ਕਿ ਮੈਂ ਹੁਣ ਸਮਾਪਤੀ ਕਰਾਂ। ਖੋਜੀ ਖੋਜਦਾ ਖੋਜਦਾ ਗੁੰਮਸ਼ੁਦਾ ਹੋ ਗਿਆ। ਜਿਹੜਾ ਖੋਜਣ ਗਿਆ ਸੀ ਨਾ ਰੱਬ ਨੂੰ, ਉਹ ਗਵਾਚ ਗਿਆ। ਲਓ, ਜਿਹੜਾ ਲੱਭਣ ਗਿਆ ਉਹ ਹੀ ਗਵਾਚ ਗਿਆ। ਤੇ ਕਿਆ ਫਾਇਦਾ ਹੋਇਆ ਫਿਰ? ਨਹੀਂ, ਉਹਦਾ ਫਾਇਦਾ ਬੜਾ ਹੁੰਦਾ। ਖੋਜੀ ਖੋਜਦਾ ਖੋਜਦਾ ਗੁੰਮਸ਼ੁਦਾ ਹੋ ਗਿਆ। ਗੁੰਮਸ਼ੁਦਾ ਤੁਸੀਂ ਦੇਖਦੇ ਨਹੀਂ ਉਸ ਸਟੇਸ਼ਨਾਂ 'ਤੇ, ਬੱਸ ਅੱਡਿਆਂ 'ਤੇ ਲਿਖਿਆ ਹੁੰਦਾ ਵੀ ਫਲਾਨਾ ਬੰਦਾ ਗੁੰਮਸ਼ੁਦਾ, ਜਾਨੀ ਕਿ ਗਵਾਚ ਗਿਆ। ਤੇ ਇੱਥੇ ਜਦੋਂ ਰੱਬ ਦੀ ਕੋਈ ਖੋਜ ਕਰਦਾ, ਖੋਜ ਕਰੀ ਜਾਂਦਾ ਕਬੀਰ ਵਾਂਗ, ਖੋਜਤ ਖੋਜਤ ਮੈਂ ਫਿਰੋਂ। ਤੇ ਖੋਜਦਿਆਂ ਇੱਕ ਦਿਨ ਕੀ ਹੋਣਾ ਕਿ ਖੋਜੀ ਖੋਜਦਾ ਖੋਜਦਾ ਗੁੰਮਸ਼ੁਦਾ ਹੋ ਗਿਆ। ਤੇ ਖੋਜਦਾ ਖੁਦ ਖੁਦਾ ਹੋ ਗਿਆ। ਇਹ ਲੰਮੀ ਖੋਜ ਆ। ਇਹ ਸਾਲ ਨਹੀਂ, 2 ਸਾਲ ਨਹੀਂ, ਇਹ 20 25 ਸਾਲ ਲੱਗ ਜਾਂਦੇ ਨੇ ਇਸ ਕੰਮ ਨੂੰ ਖੋਜਦੇ ਆ। ਫਿਰ ਜਾ ਕੇ ਕੋਈ ਮੰਜ਼ਲਾਂ ਆਉਂਦੀਆਂ ਨੇ। ਇੱਥੇ 2 ਸਾਲ ਬਾਅਦ ਇਹ ਸੰਤ ਸਿਪਾਹੀ ਬਣ ਜਾਂਦੇ। ਨਾ ਭਾਈ, ਬਾਬੇ ਫਰੀਦ ਜੀ ਨੂੰ 25 ਸਾਲ ਲੱਗ ਗਏ ਖੋਜਦਿਆਂ। ਗੁਰੂ ਅਮਰਦਾਸ ਨੂੰ ਖੋਜ ਕਰਦਿਆਂ 72 ਸਾਲ ਲੱਗ ਗਏ। ਤੇ 72 ਸਾਲ ਵਿੱਚ ਜਾ ਕੇ ਬਖਸ਼ਾ ਹੋਈਆਂ। ਇਹ ਖੋਜ ਬੜੀ ਲੰਮੀ ਆ। ਤੇ ਮੈਂ ਕਹਿ ਰਿਹਾ ਸੀ ਵੀ ਜਦੋਂ ਮਨ ਚੁੱਪ ਹੋ ਜਾਂਦਾ ਨਾ, ਫਿਰ ਇਸ ਨੂੰ ਬੁਲਾਉਣਾ ਬੜਾ ਔਖਾ। ਪੁਰਾਣੇ ਸਾਧੂ ਜਿਹੜੇ ਸੀ ਨਾ, ਜਿਹੜਾ ਕਹਿੰਦੇ ਨੇ ਮੋਨੀ ਫਲਾਣੇ ਬਾਬਾ ਜੀ, ਹਾਂ, ਉਹਨਾਂ ਦਾ ਮਨ ਨਹੀਂ ਸੀ ਬੋਲਦਾ। ਤੇ ਜਿਹਦਾ ਮਨ ਨਾ ਬੋਲੇ ਉਹ ਫਿਰ ਮੂੰਹ ਤੋਂ ਵੀ ਨਹੀਂ ਬੋਲਦਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਕਥਾ ਸੁਣੀ 48 ਸਿੱਖਾਂ ਨੇ। ਸਾਬੂ ਕੀ ਤਲਵੰਡੀ ਦੀ ਬਾਤ ਹੈ। ਸਮਾਂ ਕਾਫੀ ਹੋ ਗਿਆ, ਹੁਣ ਸਮਾਂ ਤਲਾਉਣਾ ਥੋੜਾ ਸੀ, ਪਰ ਉਹ ਕਾਫੀ ਹੋ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਾਬੂ ਕੀ ਤਲਵੰਡੀ ਬੈਠੇ ਹੋਏ ਨੇ। ਤੇ ਸਿੱਖਾਂ ਨੇ ਆਖਿਆ, ਮਹਾਰਾਜ ਸਾਨੂੰ ਬਾਣੀ ਸੁਣਾਓ ਤੇ ਨਾਲੇ ਬਾਣੀ ਲਿਖਵਾਓ। ਹੁਣ ਇੱਥੇ ਕੋਈ ਜੰਗ ਯੁੱਧ ਨਹੀਂ, ਹੁਣ ਕੋਈ ਡੰਡਿਆਂ ਡੁੰਡਿਆਂ ਵਾਲਾ ਮਾਹੌਲ ਨਹੀਂ ਗਾ, ਬੜਾ ਸ਼ਾਂਤ ਵਾ ਇਲਾਕਾ। ਉਹ ਡੰਡਿਆਂ ਡੁੰਡਿਆਂ ਵਾਲਾ ਮੁੱਕ ਗਿਆ ਕੰਮ। ਤੇ ਹੁਣ ਕੋਈ ਰੱਬੀ ਜਾਤ ਜੁੜੀਏ ਤੇ ਕੋਈ ਬਾਣੀ ਸੁਣਾਓ ਸਾਨੂੰ ਗੁਰੂ ਨਾਨਕ ਸਾਹਿਬ ਜੀ ਦੀ। ਤੇ ਗੁਰੂ ਗੋਬਿੰਦ ਸਿੰਘ ਨੇ ਸਾਰੀ ਬਾਣੀ ਜਿਹੜੀ ਸੀ ਉਹ ਸਿੰਘਾਂ ਨੂੰ ਕਥਾ ਸੁਣਾਈ। 48 ਸਿੰਘਾਂ ਨੇ ਸੁਣੀ। 9 ਮਹੀਨੇ ਕਥਾ ਹੁੰਦੀ ਰਹੀ। 48 ਸਿੰਘਾਂ ਨੇ ਸੁਣੀ। 48 ਦੇ ਵਿੱਚੋਂ 2 ਹੀ ਬੋਲੇ, ਬਾਕੀ 46 ਚੁੱਪ ਕਰ ਗਏ। ਜਿਹਨੂੰ ਕਹਿੰਦੇ ਨੇ ਕੋਈ ਨਾ ਜਾਣੇ ਕੋਈ ਨਾ ਮਾਨੇ, ਸੇ ਪ੍ਰਗਟ ਹਰ ਦਵਾਰੇ। ਉਹ ਜਿਹੜੇ ਚੁੱਪ ਕਰ ਜਾਂਦੇ ਆ ਨਾ ਮਨ ਕਰਕੇ, ਉਹ ਰੱਬ ਦੀ ਹਜ਼ੂਰੀ 'ਚ ਪਹੁੰਚ ਜਾਂਦੇ ਨੇ। ਤੇ ਦੁਨੀਆ ਨਹੀਂ ਉਹਨਾਂ ਨੂੰ ਜਾਣਦੀ। ਇਹ ਜਿਨ੍ਹਾਂ ਨੂੰ ਦੁਨੀਆ ਜਾਣਦੀ ਹੈ ਨਾ, ਰੱਬ ਨਹੀਂ ਉਹਨਾਂ ਨੂੰ ਉਹ ਰੱਬ ਨੂੰ ਨਹੀਂ ਜਾਣਦੇ। ਨਾ। ਕੋਈ ਨਾ ਜਾਣੇ ਕੋਈ ਨਾ ਮਾਨੇ, ਸੇ ਪ੍ਰਗਟ ਹਰ ਦਵਾਰੇ। ਰੱਬ ਤੱਕ ਉਹਨਾਂ ਦੀ ਪਹੁੰਚ ਹੁੰਦੀ ਹੈ ਜਿਨ੍ਹਾਂ ਨੂੰ ਕੋਈ ਧਰਤੀ ਤੇ ਜਾਣਦਾ ਨਹੀਂ ਹੈ, ਜਿਨ੍ਹਾਂ ਨੂੰ ਕੋਈ ਮੰਨਦਾ ਨਹੀਂ ਹੈ। ਰੱਬ ਤੱਕ ਉਹਨਾਂ ਦੀ ਸੁਣਾਈ ਹੈ, ਪਹੁੰਚ ਹੈ। ਉਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਕੋਲੋਂ 48 ਸਿੰਘਾਂ ਨੇ ਸੁਣੀ ਕਥਾ। ਤੇ 46 ਚੁੱਪ ਕਰ ਗਏ ਤੇ 2 ਹੀ ਰਹਿ ਗਏ। ਉਹ ਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿਣ ਲੱਗੇ, ਅਸੀਂ ਨਹੀਂ ਬੋਲਣਾ ਚਾਹੁੰਦੇ, ਆਨੰਦ 'ਚ ਫਰਕ ਪੈ ਜੂ। ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਬਚਨ ਕੀਤਾ, ਭਾਈ ਮਨੀ ਸਿੰਘ ਜੀ, ਤੁਹਾਡਾ ਬੰਦ ਵੀ ਕੱਟਿਆ ਜਾਊਗਾ, ਤੁਹਾਡੀ ਸਮਾਧੀ ਤੇ ਆਨੰਦ ਨਹੀਂ ਖੁੱਲੇਗਾ। ਤੇ ਬਾਬਾ ਦੀਪ ਸਿੰਘ ਨੂੰ ਬਚਨ ਕੀਤਾ। ਇਹ 48 ਵਿੱਚੋਂ 2 ਨੇ, ਭਾਈ ਮਨੀ ਸਿੰਘ ਜੀ ਤੇ ਧੰਨ ਬਾਬਾ ਦੀਪ ਸਿੰਘ ਜੀ। ਮੈਂ ਕਹਿ ਰਿਹਾ ਸੀ ਜਿਨ੍ਹਾਂ ਦਾ ਮਨ ਚੁੱਪ ਕਰ ਜਾਂਦਾ ਹੈ, ਉਹ ਨਹੀਂ ਮੁੜ ਕੇ ਬੋਲਦੇ। ਉਹਨੂੰ ਕਹਿੰਦੇ ਭਾਣੇ ਦੀ ਖੇਡ। ਆ ਜਣਾ ਖਣਾ ਫੇਸਬੁੱਕ ਤੇ ਹੁਣ ਧਰਮ ਦੀਆਂ ਗੱਲਾਂ ਕਰ ਰਿਹਾ। ਕੱਲ ਛੋਕਰੇ ਜੰਮੇ ਨੇ ਤੇ ਵੱਡਿਆਂ ਵਿਦਵਾਨਾਂ ਨੂੰ ਚੈਲੰਜ ਪਏ ਕਰਦੇ ਨੇ। ਇਹ ਛੋਕਰਿਆਂ ਨੂੰ ਕੀ ਪਤਾ ਕੋਈ ਧਰਮ ਕੀ ਹੁੰਦਾ ਹੈ। ਕੋਈ ਕਿਸੇ ਮਹਾਂਪੁਰਖਾਂ ਦੀਆਂ ਕੋਈ ਮਾਰਾਂ ਝੱਲੋ, ਕੋਈ ਬੰਦਗੀ ਕਰੋ, ਕੋਈ ਤਪ ਕਰੋ, ਕੋਈ ਕਿਸੇ ਮਹਾਂਪੁਰਖ ਦੀਆਂ ਝਿੜਕਾਂ ਸਹੋ, ਕੋਈ 10-12 ਸਾਲ ਕਿਸੇ ਗੁਰਪੀਰਾਂ ਕੀ ਚਾਕੜੀ, ਮਹਾਂ ਕਰਨੀ ਸੁਖਸਾਰ, ਨਦਰ ਕਰੇ ਜਿਸ ਆਪਣੀ ਤਿਸ ਲਾਏ ਹੇਤ ਪਿਆਰ। ਕਿਸੇ ਮਹਾਂਪੁਰਖ ਦੀ ਕੋਈ ਝਾਲ ਝੱਲੋ ਤੇ ਫਿਰ ਕੋਈ ਧਰਮ ਦੀ ਗੱਲ ਕਹੋ ਤੇ ਮੰਨੀ ਜਾ ਸਕਦੀ ਹੈ। ਕੱਲ ਦੇ ਛੋਕਰੇ ਜਿਨ੍ਹਾਂ ਨੂੰ ਕੋਈ ਪਤਾ ਹੀ ਨਹੀਂ, ਉਹ ਸਟੇਜਾਂ ਉੱਤੇ ਬਹਿ ਕੇ ਅੱਜ ਸਾਨੂੰ ਚੈਲੰਜ ਕਰਨ, ਜਾਂ ਗੁਣੀ ਸਾਡੇ ਕੌਮ ਦੇ ਗੁਣੀਏ ਗਿਆਨੀਆਂ ਨੂੰ ਚੈਲੰਜ ਕਰਨ। ਕੈਸੀ ਬਾਤ ਹੋਈ ਪਈ।
ਉਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਆਖਿਆ, ਬਾਬਾ ਦੀਪ ਸਿੰਘ ਜੀ, ਭਾਵੇਂ ਤੁਹਾਡਾ ਸੀਸ ਵੀ ਵੱਖਰਾ ਹੋ ਜੇ ਤੜ ਤੋਂ, ਪਰ ਤੁਹਾਡਾ ਆਨੰਦ ਨਹੀਂ ਟੁੱਟੇਗਾ। ਤੇ ਤੁਸੀਂ ਹੁਣ ਸੇਵਾ ਕਰਨੀ ਹੈ ਪੰਥ ਦੀ। ਬਾਕੀ 46 ਚੁੱਪ ਹੋ ਗਏ, ਚੁੱਪ। ਇਹ ਹੁੰਦਾ ਹੈ, ਮੇਰਾ ਮਨ ਨਾ ਚੱਲੇ, ਮੇਰਾ ਚਿੱਤ ਨਾ ਚੱਲੇ, ਮਨ ਭਇਓ ਪੰਗ। ਜਦੋਂ ਕੋਈ ਖੋਜਦਾ ਗਿਆ, ਖੋਜਦਾ ਗਿਆ, ਖੋਜਦਾ ਗਿਆ, ਤੇ ਮਨ ਚੁੱਪ ਹੁੰਦਾ ਗਿਆ, ਚੁੱਪ ਹੁੰਦਾ ਗਿਆ। ਇੱਕ ਦਿਨ ਐਸਾ ਚੁੱਪ ਹੋ ਗਿਆ, ਮੁੜ ਕੇ ਬੋਲਿਆ ਹੀ ਨਹੀਂ। ਇਹ ਗੁਰੂ ਨਾਨਕ ਸਾਹਿਬ ਆਪਣੇ ਘਰ 'ਚ ਇੱਦਾਂ ਹੋ ਗਏ ਸੀ। ਇੱਕ ਦਿਨ ਮਨ ਚੁੱਪ ਹੋ ਗਿਆ ਤੇ ਘਰਦਿਆਂ ਸੋਚ ਲਿਆ ਵੀ ਕੋਈ ਬਿਮਾਰ ਹੋ ਗਏ ਨੇ, ਜਿਹੜਾ ਬੋਲੇ ਹੀ ਨਾ, ਰੋਟੀ ਨਾ ਖਾਵੇ। ਤੇ ਸਾਹਿਬ ਨੇ ਕਿਹਾ, ਮਸਤ ਕਰੋ ਮੂਰਖ ਜਗ ਕਈਆ। ਜਦੋਂ ਮੈਂ ਚੁੱਪ ਹੋ ਗਿਆ ਤਾਂ ਲੋਕੀ ਮੈਨੂੰ ਮੂਰਖ ਕਹਿਣ ਲੱਗ ਪਏ। ਤੇ ਅਦਕ ਬਕੋਂ ਤੇਰੀ ਲਿਵ ਰਹੀਆ। ਜੇ ਮੈਂ ਬੋਲਦਾ ਤੇ ਧਿਆਨ ਟੁੱਟਦਾ, ਤੇ ਜੇ ਮੈਂ ਚੁੱਪ ਹੋ ਜਾਣਾ ਤੇ ਲੋਕੀ ਮੈਨੂੰ ਮੂਰਖ ਕਹਿੰਦੇ ਨੇ। ਤੇ ਹੁਣ ਕਰੀਏ ਕੀ? ਮਸਤ ਕਰੋ ਮੂਰਖ ਜਗ ਕਈਆ, ਅਦਕ ਬਕੋਂ ਤੇਰੀ ਲਿਵ ਰਹੀਆ। ਭੂਲ ਚੂਕ ਤੇਰੇ ਦਰਬਾਰ, ਨਾ ਬਿਨਾ ਕੈਸੇ ਅਚਾਰ। ਐਸੇ ਝੂਠ ਮੁੱਠੇ ਸੰਸਾਰਾ, ਇਹ ਸੰਸਾਰ ਨੂੰ ਕੀ ਪਤਾ ਧਰਮ ਕੀ ਹੁੰਦਾ ਹੈ। ਐਸੇ ਝੂਠ ਮੁੱਠੇ ਸੰਸਾਰਾ, ਨਿੰਦਕ ਨਿੰਦੇ ਮੁਝੇ ਪਿਆਰਾ। ਇਹ ਝੂਠੇ ਲੋਕ ਅੱਜ ਗੁਰੂ ਘਰ ਦੀ ਨਿੰਦਾ ਕਰਨ ਵੀ ਕੋਈ ਸ਼ਕਤੀ ਨਹੀਂ ਹੁੰਦੀ, ਕੋਈ ਕਰਾਮਾਤ ਨਹੀਂ ਹੁੰਦੀ, ਕਰਾਮਾਤ ਨੂੰ ਕੋਈ ਐਵੇਂ ਕਿਹਾ ਗਿਆ, ਝੂਠ ਮਾਰਿਆ ਗਿਆ। ਇਹ ਨਿੰਦਕ ਲੋਕ ਗੁਰੂ ਘਰ ਦੇ ਅੱਜ ਉਲਟ ਬੋਲਣ, ਕੈਸੀਆਂ ਬਾਤਾਂ। ਕੋਈ ਜ਼ਿੰਦਗੀ ਦਾ ਤਜਰਬਾ ਨਹੀਂ, ਕੋਈ ਉਮਰ ਦਾ ਤਜਰਬਾ ਨਹੀਂ, ਕੋਈ ਘਾਲਣਾ ਨਹੀਂ, ਕੱਖ ਨਹੀਂ ਹੈ, ਤੇ ਉਹ ਐਸੀਆਂ ਬਾਤਾਂ ਕਰਨ ਭਾਈ। ਨਾ ਨਾ ਨਾ, ਸਾਹਿਬ ਕਹਿੰਦੇ, ਮੈਂ ਆਖਰੀ ਹੁਣ ਗੱਲ ਕਹਾਂ ਤੇ ਸਮਾਪਤੀ ਕਰਾਂ। ਮੰਦੇ ਖੋਜ ਉਸ ਨੂੰ ਖੋਜ ਬਾਹਰੋਂ ਨਹੀਂ, ਬਾਹਰ ਕਿਛ ਨਹੀਂ। ਸਭ ਕਿਛ ਘਰ ਮੇਂ ਬਾਹਰ ਨਹੀਂ, ਬਾਹਰ ਢੋਲੇ ਸੋ ਪਰਮ ਭਲਾਈ। ਸਿੱਖੀ ਨਹੀਂ ਹੈ ਤੁਸੀਂ ਬਾਹਰ ਕੁਛ ਕਰੋ, ਸਿੱਖੀ ਸਿਰਫ ਅੰਦਰ ਦਾ ਧਰਮ ਹੈ, ਅੰਦਰੋਂ ਖੋਜਣਾ। ਤੇ ਇਹ ਗੁਰੂ ਦੀ ਕਿਰਪਾ ਤੋਂ ਬਿਨਾਂ ਖੋਜਿਆ ਨਹੀਂ ਜਾ ਸਕਦਾ। ਤਾਂ ਸਾਹਿਬ ਕਿਰਪਾ ਕਰਨ ਵਾਰ ਸੱਚੇ ਪਾਤਸ਼ਾਹ, ਇਹ ਮਨ ਜ਼ਹਿਰ ਨਾ ਭਰਿਆ ਸਾਡਾ, ਇਹਨੂੰ ਅੰਮ੍ਰਿਤ ਬਣਾਉਣਾ ਹੈ। ਹੁਣ ਹੋਰ ਕੋਈ ਬਾਤ ਨਹੀਂ ਹੈ, ਐਡੀ ਕੋਈ ਔਖੀ ਬਾਤ ਵੀ ਨਹੀਂ ਹੈ, ਹੈ ਵੀ ਬੜੀ ਬਾਤ ਹੈ। ਇਹ ਮਨ ਸਾਡਾ ਜ਼ਹਿਰ ਨਾ ਭਰਿਆ। ਜਿਸ ਕਿਸੇ ਨੇ ਕਿਹਾ ਸੀ ਨਾ ਵੀ ਲੈ ਕੇ ਪਾਰਾ ਵੈਦ ਨੇ ਕੁਸਤਾ ਕਰ ਦਿਆ। ਵੈਦ ਦੇ ਕੋਲ ਇੱਕ ਨੁਕਤਾ ਹੁੰਦਾ, ਉਹ ਜ਼ਹਿਰ ਲੈ ਕੇ ਨਾ ਤੇ ਉਹਨੂੰ ਪਾਰਾ ਬਣਾ, ਜ਼ਹਿਰ ਨੂੰ ਪਾਰੇ ਨੂੰ ਲੈ ਕੇ ਕੁਸਤਾ ਕਰਕੇ ਤੇ ਉਹਦਾ ਅੰਮ੍ਰਿਤ ਤਿਆਰ ਕਰ ਦਿੰਦਾ। ਜ਼ਹਿਰ ਤੋਂ ਹੀ ਅੰਮ੍ਰਿਤ ਤਿਆਰ ਹੋ ਜਾਂਦਾ। ਜਿਸ ਤਰ੍ਹਾਂ ਕਿਸੇ ਨੇ ਕਿਹਾ ਨਾ, ਜੋ ਜ਼ਹਿਰ ਹਲਾਲ ਹੈ ਵही ਅੰਮ੍ਰਿਤ ਹੈ, ਤੁਝੇ ਅੰਦਾਜ਼ ਨਹੀਂ ਪੀਣੇ ਕਾ। ਤੇਰੇ ਕੋ ਮਨ ਸੀ, ਇਹਨੂੰ ਅੰਮ੍ਰਿਤ ਬਣਾ, ਇਹਨੂੰ ਅੰਮ੍ਰਿਤ ਦੇ, ਇਹਨੂੰ ਅੰਮ੍ਰਿਤ ਵੇਲਾ ਦੇ, ਇਹਨੂੰ ਗੁਰੂ ਕੀ ਅੰਮ੍ਰਿਤ ਰੂਪੀ ਬਾਣੀ ਦੇ, ਇਹ ਅੰਮ੍ਰਿਤ ਹੋ ਜਾਊਗਾ। ਤੂੰ ਇਹਨੂੰ ਦਿੱਤੀ ਜ਼ਹਿਰ, ਨਿੰਦਾ, ਚੁਗਲੀ, ਈਰਖਾ, ਦਵੈਸ਼, ਇਹਨੂੰ ਜ਼ਹਿਰ ਭਰੀ ਮਨ ਵਿੱਚ, ਤੇ ਜ਼ਹਿਰ ਦਾ ਫਲ ਵੀ ਜ਼ਹਿਰ ਹੀ ਹੈ, ਅੰਮ੍ਰਿਤ ਦਾ ਫਲ ਵੀ ਫਿਰ ਅੰਮ੍ਰਿਤ ਹੀ ਹੋਣਾ ਭਾਈ। ਸਾਹਿਬ ਕਹਿੰਦੇ ਨੇ, ਲੈ ਕੇ ਪਾਰਾ ਵੈਦ ਨੇ ਕੁਸਤਾ ਕਰ ਦਿਆ। ਹਾਂਜੀ, ਲੈ ਕੇ ਪਾਰਾ ਵੈਦ ਨੇ ਕੁਸਤਾ ਕਰ ਦਿਆ। ਲੈਣੇ ਸੇ ਅੰਗਦ, अंगत से खुदा कर दिया। तुम्हारा कृपा कर सच्चे पातशाह। ਬੰਦੇ ਖੋਜ ਬਸ ਅੱਜ ਸੀ ਸਾਡੀ ਵੀ ਰੱਬ ਨੂੰ ਮਿਲਣਾ ਚਾਹੁੰਦੇ ਹੋ, ਬਾਹਰੋਂ ਨਹੀਂ ਮਿਲਣਾ। ਧਰਮ ਸਥਾਨਾਂ 'ਤੇ ਨਾ ਭੀੜਾਂ ਪਾਓ, ਨਾ ਭਟਕੋ। ਸਿਰਫ ਅੰਮ੍ਰਿਤ ਵੇਲੇ ਇੱਕੋ ਹੀ ਕੰਮ ਕਰਨਾ ਹੈ ਕਿ ਸਾਹਿਬ ਕਹਿੰਦੇ ਨੇ, ਟੁੱਕ ਦਮ ਕਰਾਰੀ ਜੋ ਕਰੋ ਤੋ ਹਾਜ਼ਰ ਹਜ਼ੂਰ ਖੁਦਾਏ। ਜਿਹਦਾ ਚਿੱਤ ਟਿਕ ਗਿਆ ਨਾ, ਉਹਨੂੰ ਅੰਦਰੋਂ ਕੁਛ ਮਿਲ ਜਾਣਾ ਹੈ। ਸਭ ਕੁਛ ਘਰ ਮੇਂ ਬਾਹਰ ਨਾ ਹੀ। ਉਹ ਮੈਂ ਗੱਲ ਕਹਿ ਦਿਆਂ, ਉਹ ਜਿਹੜੀ ਗੁਰੂ ਨਾਨਕ ਸਾਹਿਬ ਨੂੰ ਕਿਹਾ ਸੀ ਨਾ ਰੁਕਨਦੀਨ ਕਾਜੀ ਨੇ ਕਿ ਖੁਦਾ ਕਾ ਦੀਦਾਰ ਕਿਵੇਂ ਪਾਈਏ ਬਾਬਾ। ਰੁਕਨਦੀਨ ਕਾਜੀ ਕਹਿੰਦਾ ਹੈ ਕਿ ਬਾਬਾ ਜੀ ਖੁਦਾ ਕਾ ਦੀਦਾਰ ਕਿਉਂ ਕਰ ਪਾਈਏ। ਜਨਮ ਸਾਖੀ 'ਚ ਲਿਖਿਆ। ਤੇ ਸਾਹਿਬ ਕਹਿਣ ਲੱਗੇ, ਕਾਜੀ ਸਾਹਿਬ, ਜਿੰਨਾ ਚਿਰ ਮਨ ਦਿਲ ਇਕਰਾਰ ਨਾ ਹੋਵੇ, ਜਿੰਨਾ ਚਿਰ ਦਿਲ ਕਰਾਰ ਨਾ ਹੋਵੇ, ਅਥਵਾ ਜਿੰਨਾ ਚਿਰ ਮਨ ਟਿਕਦਾ ਨਹੀਂ ਗਾ, ਮਨ ਇੱਕ ਨਹੀਂ ਹੁੰਦਾ, ਚਿੱਤ ਇਕਾਗਰ ਨਹੀਂ ਹੁੰਦਾ ਗੁਰੂ ਕੇ ਸ਼ਬਦ ਵਿੱਚ,
उन्ना चिर खुदा का दीदार हो नहीं सकता। तो जो खुदा का दीदार चाहते आपां भाई, तो फिर प्रभ की उस्तत करो संत मीत, सावधान एकाग्र चीत। बस अपने गुरसों हो सावधान, तां तू दरगे पावे मान। तू गुरु की बाणी पढ़, तेरा चित एकाग्र हो जाऊगा। खोजत खोजत सुनिए सोए, साध संगत बिन तरियो ना कोई। तो महाराज किरपा करन सच्चे पातशाह भाई, असी अपने मन नूं खोजीए, गुरु के चरनां नाल लगीए। कल युग दा समां भाई, पता नहीं घड़ी पल दा जिंदगी किधर नूं रुड़ जानी बेड़ी। ते जिहड़ा गुरु के चरनां नाल जुड़ गया, दुख रोग संताप उतरे, सुनी सच्ची बाणी। संत साजन पए सरसे, पूरे गुर ते जानी। जिहड़ा गुरु का हो गया, जिहड़ा गुरु के चरनां नाल जुड़ गया, उहनूं कुछ नहीं होना। जिहड़ा पिछे किंतु परंतु कीता गया भी तुहाडे रागियां ना कुछ हो गया, मैं कहना नहीं। जिहड़ा गुरु की बाणी पढ़न वाला, उहदे नाल कुछ नहीं हो सकदा। साडियां कमजोरियां ये कुछ होया। मैं बहुता कुछ नहीं कहना चाहुंदा, नहीं 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 नहीं, साडियां कमजोरियां ये कुछ होया है। एक किंतु परंतु कीर्तन ते ना करो, एक किंतु परंतु गुरु रामदास सच्चे पातशाह दे घर ते ना करो, एक किंतु परंतु उस व्यक्ति ते करो भी तेरे नाल इस तरह क्यों होया है। ये गुरु की बाणी ते किंतु परंतु नहीं, ना ना ना। तो साहब रहमत करन सच्चे पातशाह भाई, असीं अपने मन नूं खोजीए। तो साहब कहते मन खोजत नाउ निध पाई, जो खोजे सो पावे। कहो बेणी गुरमुख ध्यावे, बिन सतगुर बाट ना पावे। वो रब दा रस्ता गुरु तो बिना नहीं मिलना। असीं गुरु की खुशियां लईए भाई। इन्ना कहंदा दास खिमन दा जाचक है। आ समा खुला सी, मैं चलो अज ही, कल ऐतवार सी, मैं कल तो हुण संगत आउणी नहीं साडे इत्थे, ते अज ही गुरु के बचन गुरु की संगतां नाल सांझे कर लीए। हुण इत्थे ही दास खिमन दा जाचक है भाई। तो कोई, क्योंकि मैं एडा वड्डा कोई बुलारा नहीं है भाई, ते तुसीं मेरे कोई छोटे वड्डे भैन भरा ही हो, ते गलती माफ़ करियो जे। गुरु किरपा करन सच्चे पातशाह। दास इन्ना कहंदा हुण खिमन दा जाचक है जी। वाहिगुरू जी का खालसा, वाहिगुरू जी की फतेह। तू ठाकर तुम पै